ਫਲ ਗੁਣ ਆਨੰਦ ਉਪਾਰਜਨ, ਹਰ ਸੱਜਣ ਪ੍ਰਗਟੇ ਆਏ। ਸੰਤ ਸਹਾਈ ਰਾਮ ਕੇ, ਕਰ ਕਿਰਪਾ ਦੀਆ ਮਿਲਾਏ। ਸੇਜ ਸੁਹਾਵੀ ਸਰਬ ਸੁਖ, ਹੁਣ ਦੁੱਖਾ ਨਾਹੀ ਜਾਏ। ਇਛ ਪੁੰਨੀ ਵੱਡ ਭਾਗਣੀ, ਵਰ ਪਾਇਆ ਹਰ ਰਾਏ। ਫਲ ਗੁਣ ਆਨੰਦ ਉਪਾਰਜਨ, ਹਰ ਸੱਜਣ ਪ੍ਰਗਟੇ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ, ਜੁਗੋ ਜੁਗ ਅਟਲ ਪ੍ਰਗਟ ਗੁਰਾਂ ਕੀ ਦੇਹ ਪ੍ਰਤੱਖ ਹਰ। ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਸਤ ਸੰਗਤ ਹਜ਼ੂਰੀ ਦੇ ਅੰਦਰ ਨਵੇਂ ਪਾਤਸ਼ਾਹ ਧਰਮ ਰੱਖਿਅਕ ਸ਼ਹੀਦ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਭਜਨ ਬੰਦਗੀ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਅੰਮ੍ਰਿਤ ਵੇਲੇ ਦੇ ਸਮੇਂ ਤੋਂ ਸਜੇ ਹੋਏ ਦੀਵਾਨਾਂ ਦੇ ਵਿੱਚ ਫੱਗਣ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਸਮੇਂ ਸਤਿਗੁਰਾਂ ਦੀਆਂ ਖੁਸ਼ੀਆਂ ਲੈਣ ਹਿਤ ਮਹਾਰਾਜ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨ ਵਾਸਤੇ ਗੁਰਦੁਆਰਾਂ ਵਿੱਚ ਜੁੜ ਮਿਲ ਬੈਠੇ, ਹਾਜ਼ਰੀਆਂ ਭਰ ਰਹੇ ਸਤਿਗੁਰਾਂ ਦੇ ਅਸਥਾਨਾਂ ਤੇ ਸੇਵਾਵਾਂ ਦੁਆਰਾ ਹਾਜ਼ਰੀਆਂ ਭਰ ਕੇ ਲਾਹਾ ਲੈ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਸਾਰਿਆਂ ਦੇ ਵੱਡੇ ਭਾਗ ਹਨ। ਤਾਈਓ ਤਾਂ ਗੁਰਾਂ ਦੀ ਚਰਨ ਸ਼ਰਨ ਪ੍ਰਾਪਤ ਹੋਈ ਹੈ, ਸੇਵਾ ਸਿਮਰਨ ਦਾ ਸਮਾਂ ਮਿਲਿਆ ਹੈ। ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦਾ ਸਦਕਾ ਜੋ ਸਾਡੇ ਸਮਝਣ ਵਾਸਤੇ ਸਮੇਂ ਦੀ ਵੰਡ ਕੀਤੀ ਹੈ, ਦਿਨਾਂ ਵਾਰਾਂ ਦੀ ਵੰਡ ਕੀਤੀ ਹੈ, ਮਹੀਨਿਆਂ ਦੀ ਵੰਡ ਕੀਤੀ ਹੈ, ਜਿਸ ਤੋਂ ਸਾਲ ਵਰ੍ਹਿਆਂ ਦਾ ਪਤਾ ਲੱਗਦਾ ਹੈ ਵੀ ਕਿੰਨੇ ਬਤੀਤ ਹੋਏ ਨੇ। ਇਸੇ ਤਰ੍ਹਾਂ ਹੀ ਦੇਸੀ ਸਾਲ ਦਾ ਅਖੀਰਲਾ ਮਹੀਨਾ 12ਵਾਂ ਮਹੀਨਾ ਫੱਗਣ ਦਾ ਅੱਜ ਪ੍ਰਾਰੰਭ ਹੋਇਆ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਪਵਿੱਤਰ ਗੁਰਬਾਣੀ ਦੇ ਵਿੱਚ ਸਾਨੂੰ ਹਰ ਇੱਕ ਮਹੀਨੇ ਦੁਆਰਾ ਉਪਦੇਸ਼ ਬਖਸ਼ਿਆ ਹੈ, ਕਿਉਂਕਿ ਕੁਝ ਲੋਕ ਭਰਮ ਵਿੱਚ ਪੈ ਕਰਕੇ ਸਮਝ ਬੈਠੇ ਸਨ ਵੀ ਇਹਨਾਂ ਦਿਨ ਦੇ ਵਿੱਚ ਸੰਗਰਾਂਦ ਵਾਲੇ ਦਿਨ ਸੂਰਜ ਦੀ ਪੂਜਾ ਕਰਨ ਦੇ ਨਾਲ ਮਹੀਨਾ ਸੁਖਦਾਈ ਹੁੰਦਾ ਹੈ। ਕੋਈ ਸਮਝ ਬੈਠਾ ਸੀ ਵੀ ਮਹੀਨੇ ਦੇ ਇੱਕ ਦਿਨ ਪਹਿਲੇ ਦਿਨ ਜਿਹੜਾ ਕੰਮ ਹੋ ਜਾਵੇ ਉਹ ਸਾਰਾ ਮਹੀਨਾ ਹੁੰਦਾ ਰਹਿੰਦਾ ਹੈ। ਸਤਿਗੁਰਾਂ ਨੇ ਉਹ ਭਰਮ ਜਾਲ ਚੋਂ ਵੀ ਕੱਢਿਆ ਸਾਨੂੰ, ਤੇ ਨਾਲ ਗਰੀਬ ਨਿਵਾਸ ਸਤਿਗੁਰਾਂ ਦੱਸਿਆ ਵੀ ਮਹੀਨਾ ਚੜਿਆ ਹੋਇਆ ਸਫਲ ਕਿਹਨਾਂ ਦਾ ਹੈ, ਕਿਹਨਾਂ ਵਾਸਤੇ ਸੁਖਦਾਈ ਹੈ। ਇਹ 12 ਮਾਹ ਦੀ ਬਾਣੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਉਚਾਰਨ ਕੀਤੀ। ਫਿਰ ਉਸੇ ਗੁਰਬਾਣੀ ਦੀ ਵਿਆਖਿਆ ਪੰਚਮ ਪਾਤਸ਼ਾਹ ਨੇ ਸਿੱਖਾਂ ਦੇ ਕਹਿਣ ਤੇ ਅੰਮ੍ਰਿਤਸਰ ਸਾਹਿਬ ਮੰਜੀ ਸਾਹਿਬ ਅਸਥਾਨ ਤੇ ਬਿਰਾਜਮਾਨ ਹੋ ਕੇ ਕੀਤੀ। ਜੋ ਚੇਤ ਮਹੀਨੇ ਤੋਂ ਆਰੰਭ ਹੋਈ ਸੀ ਬਾਣੀ, ਫੱਗਣ ਮਹੀਨੇ ਤੇ ਸਮਾਪਤੀ ਕਰਦੇ ਨੇ, ਨਾਲ ਹੀ 12ਵੇਂ ਮਹੀਨੇ ਦਾ ਉਪਦੇਸ਼ ਮਹਾਰਾਜ ਸਾਹਿਬ ਜੀ ਸਾਨੂੰ ਬਖਸ਼ਿਸ਼ ਕਰ ਰਹੇ ਹਨ। ਆਓ ਗੁਰੂ ਗਰੀਬ ਨਿਵਾਸ ਸਤਿਗੁਰੂ ਜੋ ਸਾਨੂੰ ਪਵਿੱਤਰ ਉਪਦੇਸ਼ ਦਿੰਦੇ ਨੇ, ਸਰਵਣ ਕਰਨ ਦੇ ਵਾਸਤੇ ਸੁਰਤੀਆਂ ਬਿਰਤੀਆਂ ਮਹਾਰਾਜ ਦੇ ਚਰਨਾਂ 'ਚ ਜੋੜੀਏ, ਇਕਾਗਰਤਾ ਬਖਸ਼ੋ।
ਸਾਰੀ ਸੰਗਤ ਰਸਨਾ ਕਰੋ ਪਿਤ ਰਾਖੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਲ ਗੁਣ ਆਨੰਦ ਉਪਾਰਜਨਾ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਗੁਰੂ ਗ੍ਰੰਥ ਸਾਹਿਬ ਜੀ ਦੇ ਪਰਮ ਪਵਿੱਤਰ ਅੰਗ 136 ਦੇ ਉੱਤੇ 12ਵਾਂ ਬਾਣੀ ਦੇ ਵਿੱਚ ਇਹ ਪਾਵਨ ਫੱਗਣ ਮਹੀਨੇ ਦਾ ਉਪਦੇਸ਼ ਸੁਭਾਏਮਾਨ ਹੈ। ਦੇਸੀ ਸਾਲ ਦਾ 12ਵਾਂ ਤੇ ਅਖੀਰਲਾ ਮਹੀਨਾ ਹੈ। 6 ਰੁੱਤਾਂ ਨੇ। 6 ਰੁੱਤਾਂ ਦੇ ਵਿੱਚੋਂ ਹੇਮਕੁਰ ਰੁੱਤ ਦਾ ਦੂਸਰਾ ਮਹੀਨਾ ਹੈ। ਹੇਮਕੁਰ ਰੁੱਤ ਮਨ ਭਾਵਤੀ ਮਾਘ ਫੱਗਣ ਗੁਣਵੰਤ ਜੀਓ। ਪਹਿਲਾ ਮਹੀਨਾ ਸੀ ਮਾਘ ਦਾ, ਦੂਸਰਾ ਇਹ ਫੱਗਣ ਦਾ ਮਹੀਨਾ ਹੈ। ਫੱਗਣ ਦਾ ਜਿਹੜਾ ਮਹੀਨਾ ਹੈ, ਇਸ ਮਹੀਨੇ ਦੇ ਵਿੱਚ ਫਲ ਲੱਗਦਾ ਹੈ। ਹਰ ਇੱਕ ਟਹਿਣੀ ਨੂੰ ਨਵੇਂ ਪੱਤੇ ਨਿਕਲਦੇ ਨੇ, ਨਵੀਆਂ ਟਹਿਣੀਆਂ ਨਿਕਲਣ ਲੱਗ ਪੈਂਦੀਆਂ। ਫੱਗਣ ਅੱਧ ਗਏ ਤੋਂ ਬਾਅਦ ਇੱਕ ਮੌਸਮ ਦੇ ਵਿੱਚ ਬਹੁਤ ਹੀ ਤਬਦੀਲੀ ਆਉਂਦੀ ਹੈ। ਸਾਰੀ ਬਨਸਪਤੀ ਜਿਹੜੀ ਹੈ ਉਹ ਗੁਲਾਬੀ ਭਾਅ ਮਾਰਨ ਲੱਗ ਪੈਂਦੀ ਹੈ। ਦਰਖਤ ਜਿਹੜੇ ਹਨ ਉਹਨਾਂ ਦੇ ਵਿੱਚੋਂ ਬਸੰਤੀ ਜਿਹਾ ਰੰਗ, ਗੁਲਾਬੀ ਜਿਹਾ ਰੰਗ ਨਿਕਲਦਾ ਹੈ। ਨਵੀਆਂ ਟਹਿਣੀਆਂ, ਫਲ ਫੁੱਲ ਲੱਗਦੇ ਹਨ। ਤੇ ਇਹ ਗਰਮੀ ਤੇ ਸਰਦੀ ਦੇ ਦੁੱਖ ਤੋਂ ਬਾਅਦ ਜਦੋਂ ਫੱਗਣ ਦਾ ਮਹੀਨਾ ਅੱਧ ਲੰਘ ਜਾਵੇ, ਫੱਗਣ ਮਹੀਨੇ ਦੀ ਪੂਰਨਮਾਸ਼ੀ ਨੂੰ ਲੋਕ ਖੁਸ਼ੀ ਮਨਾਉਂਦੇ ਹਨ ਵੀ ਹੁਣ ਗਰਮੀ ਤੇ ਠੰਡ ਤੋਂ ਖਹਿੜਾ ਛੁੱਟਿਆ ਹੈ, ਸਰਦੀ ਦੀ ਜਕੜਨ ਤੋਂ ਨਿਜਾਤ ਪਾਈ ਹੈ। ਉਸ ਖੁਸ਼ੀ ਦੇ ਵਿੱਚ ਫੱਗਣ ਮਹੀਨੇ ਦੀ ਪੂਰਨਮਾਸ਼ੀ ਨੂੰ ਲੋਕ ਹੋਲੀ ਮਨਾਉਂਦੇ ਹਨ, ਖੁਸ਼ੀਆਂ ਮਨਾਉਂਦੇ ਨੇ। ਤੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਵੀ ਫੱਗਣ ਦੇ ਮਹੀਨੇ ਦੁਆਰਾ ਉਪਦੇਸ਼ ਦਿੱਤਾ ਹੈ ਵੀ ਜਿਵੇਂ ਗਰਮੀ ਸਰਦੀ ਤੋਂ ਬਾਹਰ ਆਉਣ ਕਰਕੇ ਇੱਕ ਮਿੱਠੀ ਰੁੱਤ ਸੁਹਾਵਣੀ ਬਹਾਰ ਆਈ ਤੇ ਖੁਸ਼ੀ ਮਨਾਈ ਹੈ, ਪਰ ਕਈ ਜਨਮਾਂ ਤੋਂ ਪਰਮੇਸ਼ਰ ਤੋਂ ਵਿਸ਼ਵ ਰੂਪੀ ਗਰਮੀ ਸਰਦੀ ਦੀ ਰੁੱਤ ਆ ਰਹੀ ਹੈ। ਇਹ ਚੋਂ ਵੀ ਤਾਂ ਬਾਹਰ ਨਿਕਲਣਾ ਹੀ ਹੈ ਨਾ। ਅਸਲੀ ਤਾਂ ਖੁਸ਼ੀ ਇਹ ਚੋਂ ਬਾਹਰ ਨਿਕਲਦੀ ਹੈ। ਜੰਮਣ ਮਰਨ ਦਾ ਗੇੜਾ ਮੁੱਕਣਾ, ਆਨੰਦ ਪ੍ਰਾਪਤ ਹੋਣਾ। ਬਾਕੀ ਜਿਹੜਾ ਫਲ ਦੇਣ ਵਾਲਾ ਹੈ, ਫਲਗੁਣ ਤੋਂ ਭਾਵ ਕਿ ਗੁਣੇ ਆਦਿਕ ਅਤੇ ਫਲ ਆਦਿਕ ਦੇਣ ਵਾਲਾ ਮਹੀਨਾ। ਇਹਦੇ ਨਾਲ ਸਾਧ ਸੰਗਤ ਇੱਕ ਹੋਰ ਸਾਖੀ ਵੀ ਜੁੜੀ ਹੈ ਵੀ ਜਿਵੇਂ ਹੋਲੀ ਦਾ ਜ਼ਿਕਰ ਹੀ ਆਇਆ ਵੀ ਹੋਲੀ ਖੇਡਦੇ ਨੇ ਲੋਕ ਖੁਸ਼ੀ ਦੇ ਵਿੱਚ ਆ ਕਰਕੇ ਆਪਸ ਵਿੱਚ ਮਿਲ ਕੇ। ਇਸ ਮਹੀਨੇ ਦੇ ਅੱਧ ਬਾਅਦ ਗਏ ਤੋਂ ਜਾਂ ਪੂਰਨਮਾਸ਼ੀ ਨੂੰ, ਕਿਉਂਕਿ ਇੱਕ ਮੌਸਮ ਨੇ ਨਵੀਂ ਤਬਦੀਲੀ ਲਿਆਂਦੀ। ਇਹਦੀ ਆਰੰਭਤਾ ਵੈਸੇ ਉਸ ਸਮੇਂ ਤੋਂ ਹੋਈ ਜਦੋਂ ਭਗਤ ਪ੍ਰਹਿਲਾਦ ਜੀ ਸੰਸਾਰ ਦੇ ਵਿੱਚ ਇੱਕ ਦੁਸ਼ਟ ਦੇ ਮੌਤ ਦਾ ਕਾਰਨ ਬਣ ਕੇ ਆਏ। ਭਗਤ ਰੂਪ ਦੇ ਵਿੱਚ ਨੇਕੀ ਤੇ ਬਦੀ ਦੇ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਫੱਗਣ ਮਹੀਨੇ ਦੀ ਪੂਰਨਮਾਸ਼ੀ ਦੇ ਦਿਹਾੜੇ ਨੂੰ ਹਰਨਾਕਸ਼ ਨੇ ਜਦੋਂ ਬਹੁਤ ਬੰਦਗੀ ਕਰਕੇ ਤੇ ਤਾਕਤ ਪ੍ਰਾਪਤ ਕਰ ਲਈ, ਉਹ ਤਾਕਤ ਦੇ ਨਸ਼ੇ 'ਚ ਇੰਨਾ ਚੂਰ ਹੋਇਆ ਵੀ ਆਪਣੇ ਆਪ ਨੂੰ ਹੀ ਰੱਬ ਬਣਾ ਕੇ ਬੈਠ ਗਿਆ। ਕਹਿੰਦਾ ਜਲੇ ਹਰਨਾਕਸ਼ ਛਲੇ ਹਰਨਾਕਸ਼ ਦਾ ਜਾਪ ਕਰੋ। ਪਰਮੇਸ਼ਰ ਨੇ ਹੁਣ ਇਹਦਾ ਅੰਤ ਕਰਨ ਦੇ ਲਈ ਇਹਦੇ ਘਰ ਦੇ ਵਿੱਚ ਹੀ ਆਪਣਾ ਭਗਤ ਪ੍ਰਹਿਲਾਦ ਪ੍ਰਗਟ ਕੀਤਾ। ਭਗਤ ਪ੍ਰਹਿਲਾਦ ਨੂੰ ਮਾਰਨ ਵਾਸਤੇ ਹਰਨਾਕਸ਼ ਨੇ ਪਹਾੜ ਤੋਂ ਥੱਲੇ ਸੁੱਟਿਆ, ਨਦੀ ਦੇ ਵਿੱਚ ਪਾਣੀ 'ਚ ਡੁੱਬਣਾ ਚਾਹਿਆ। ਇੱਕ ਕਮਰੇ 'ਚ ਬਹੁਤੇ ਸੱਪ ਤੇ ਬਿੱਛੂ ਇਕੱਠੇ ਕਰਕੇ ਉਹਦੇ ਵਿੱਚ ਰੱਖਿਆ ਵੀ ਡੰਗ ਮਾਰ ਕੇ ਖਤਮ ਕਰ ਦੇਣਗੇ। ਬੜਾ ਕੁਝ ਕੀਤਾ। ਉਹਨਾਂ ਦੇ ਵਿੱਚੋਂ ਸਭ ਤੋਂ ਵੱਡਾ ਯਤਨ ਇਹ ਸੀ ਵੀ ਭਗਤ ਪ੍ਰਹਿਲਾਦ ਨੂੰ ਜਿਉਂਦਿਆਂ ਅੱਗ ਦੇ ਉੱਤੇ ਸਾੜਨ ਦਾ ਯਤਨ ਕੀਤਾ। ਹਰਨਾਕਸ਼ ਦੀ ਭੈਣ ਭਗਤ ਪ੍ਰਹਿਲਾਦ ਦੀ ਭੂਆ, ਉਹਦਾ ਨਾਮ ਸੀ ਹੋਲਕਾ।
ਉਹਨੇ ਵੀ ਬੰਦਗੀ ਕਰਕੇ ਤੇ ਕੋਈ ਐਸੀ ਬਖਸ਼ਿਸ਼ ਪਾਈ ਸੀ। ਇੱਕ ਉਹਨੂੰ ਚਾਦਰ ਮਿਲੀ ਸੀ ਜਿਹਦੇ ਬਾਬਤ ਕਿਹਾ ਜਾਂਦਾ ਹੈ ਵੀ ਭਾਵੇਂ ਉਹ ਬਲਦੀ ਅੱਗ ਤੇ ਬੁੱਕਲ ਮਾਰ ਕੇ ਬੈਠ ਜਾਵੇ ਉਹਨੂੰ ਅੱਗ ਨਹੀਂ ਸੀ ਸਾੜਦੀ। ਉਹਨੇ ਹਰਨਾਕਸ਼ ਨੂੰ ਕਿਹਾ ਵੀ ਇਉਂ ਕਰਦੇ ਆ ਵੀ ਜੇ ਪ੍ਰਹਲਾਦ ਨੂੰ ਖਤਮ ਕਰਨਾ ਹੈ, ਕਿਉਂਕਿ ਇਹਦੇ ਕਰਕੇ ਲੋਕ ਬਗਾਵਤ ਕਰ ਰਹੇ ਨੇ, ਹਰਨਾਕਸ਼ ਦਾ ਨਾਮ ਜਪਣੋਂ ਹਟ ਰਹੇ ਨੇ, ਪਰਮੇਸ਼ਰ ਦੇ ਨਾਮ ਵੱਲ ਲੱਗ ਰਹੇ ਨੇ, ਵੀ ਇੱਕ ਚਿਖਾ ਤਿਆਰ ਕਰੋ। ਤੇ ਹੋਲਕਾ ਕਹਿੰਦੀ ਉਹਦੇ ਉੱਤੇ ਮੈਂ ਬੈਠਾਂਗੀ, ਪ੍ਰਹਲਾਦ ਨੂੰ ਆਪਣੀ ਗੋਦ ਵਿੱਚ ਬਿਠਾ ਲਾਂਗੀ, ਇਹਨੂੰ ਕੀ ਪਤਾ ਹੈ, ਤੇ ਮੈਂ ਆਪਣੇ ਉੱਪਰ ਦੀ ਚਾਦਰ ਲੈ ਲਵਾਂਗੀ ਤੇ ਪ੍ਰਹਲਾਦ ਨੂੰ ਚਾਦਰ ਤੋਂ ਬਾਹਰ ਰੱਖਾਂਗੀ, ਜਿਸ ਕਰਕੇ ਇਹ ਅੱਗ ਨਾਲ ਸੜ ਕੇ ਵਿੱਚ ਮਰ ਜਾਏਗਾ ਤੇ ਮੈਂ ਬਚ ਜਾਵਾਂਗੀ। ਇੱਦਾਂ ਹੀ ਕੀਤਾ, ਚਿਖਾ ਬਾਲੀ, ਬੁੱਕਲ ਮਾਰ ਕੇ ਬੈਠ ਗਈ, ਪ੍ਰਹਲਾਦ ਨੂੰ ਗੋਦ 'ਚ ਬਿਠਾਇਆ, ਅੱਗ ਲਾਈ। ਪਰ ਪਰਮੇਸ਼ਰ ਦੇ ਹੁਕਮ ਤੋਂ ਬਿਨਾਂ ਕੀ ਹੋਣਾ ਸੀ। ਮਾਲਕ ਨੇ ਹਵਾ ਐਸੀ ਚਲਾਈ ਵੀ ਉਹ ਚਾਦਰ ਜੀ ਉੱਤੋਂ ਉੱਡ ਕੇ ਤੇ ਭਗਤ ਪ੍ਰਹਲਾਦ ਦੇ ਸਰੀਰ ਤੇ ਆ ਗਈ ਤੇ ਉਹ ਸੜ ਕੇ ਸੁਆਹ ਹੋ ਗਈ। ਜਦੋਂ ਭਗਤ ਪ੍ਰਹਲਾਦ, ਫਿਰ ਬਾਅਦ 'ਚ ਪਰਮੇਸ਼ਰ ਨੇ ਹਰਨਾਕਸ਼ ਨੂੰ ਵੀ ਮਾਰਤਾ, ਹੋਲਕਾ ਮਰ ਗਈ। ਪ੍ਰਹਲਾਦ ਤਖਤ ਤੇ ਬੈਠੇ, ਮੁਲਤਾਨ ਰਾਜਧਾਨੀ ਸੀ। ਉਹ ਉਸ ਦਿਨ, ਜਿਸ ਦਿਨ ਭਗਤ ਪ੍ਰਹਲਾਦ ਜੀ ਨੂੰ ਅੱਗ ਤੋਂ ਸੜਨੋਂ ਬਚਾਇਆ, ਪਰਮੇਸ਼ਰ ਨੇ ਹੋਲਕਾ ਸੜੀ। ਉਸ ਦਿਨ ਜਿਹੜੇ ਸਿਆਣੇ ਪੁਰਖ ਸਨ ਉਹਨਾਂ ਉਹ ਦਿਹਾੜਾ ਮਨਾਉਣਾ ਸ਼ੁਰੂ ਕਰਤਾ ਖੁਸ਼ੀ ਦੇ ਵਿੱਚ। ਚਿਖਾ ਜੀ ਬਣਾਉਂਦੇ, ਉਹਨੂੰ ਸਾੜਦੇ ਤੇ ਸੁਆਹ ਨੂੰ ਮੁੱਠਾਂ ਭਰ ਕੇ ਤਾਂ ਨੂੰ ਡਾ ਦਿੰਦੇ। ਸਹਿਜੇ ਸਹਿਜੇ ਉਹ ਕੰਮ ਬਦਲ ਗਿਆ। ਪਹਿਲਾਂ ਤਾਂ ਨੂੰ ਡਾਉਂਦੇ ਸੀ, ਫਿਰ ਇੱਕ ਦੂਸਰੇ ਤੇ ਸੁਆਹ ਪਾਉਣ ਲੱਗ ਪਏ ਖੁਸ਼ੀ ਦੇ ਵਿੱਚ। ਹਰ ਸਾਲ ਇੱਦਾਂ ਕਰਨਾ। ਯੁੱਗ ਬਦਲਿਆ, ਸਤਯੁੱਗ ਤੋਂ ਬਾਅਦ ਤ੍ਰੇਤਾ ਆਇਆ। ਜਿਹੜੇ ਕੋਈ ਚੰਗੇ ਗੁਣੀ ਗਿਆਨੀ ਉਹਨਾਂ ਵਿਚਾਰਿਆ ਵੀ ਭਾਵੇਂ ਦਿਨ ਖੁਸ਼ੀ ਦਾ ਹੀ ਹੈ, ਪਰ ਸੁਆਹ ਪਾਉਣੀ ਸਿਰ ਦੇ ਵਿੱਚ ਤਾਂ ਮਾੜੀ ਹੋਈ ਆ ਨਾ। ਇਸ ਕਰਕੇ ਉਹਨਾਂ ਨੇ ਗੁਲਾਲ ਪਾਉਣਾ, ਉਡਾਉਣਾ ਸ਼ੁਰੂ ਕਰਤਾ। ਲਾਲ ਰੰਗ ਦਾ ਧੂੜਾ ਜਿਹਾ, ਬੂਰਾ ਜਿਹਾ, ਜਿਹਦੇ ਵਿੱਚ ਕੋਈ ਸੁਗੰਧੀਆਂ, ਕੁਝ ਖੁਸ਼ਬੂਆਂ ਮਿਲਾ ਕੇ ਖੁਸ਼ੀ ਦੇ ਵਿੱਚ ਇੱਕ ਦੂਸਰੇ ਤੇ ਪਾਉਂਦੇ। ਦੁਆਪਰ ਦੇ ਵਿੱਚ ਫਿਰ ਇਹਦਾ ਹੋਰ ਰੰਗ ਬਦਲ ਗਿਆ। ਉਹ ਰੰਗ ਨੂੰ ਪਾਣੀ ਦੇ ਵਿੱਚ ਪਾ ਕਰਕੇ ਇੱਕ ਦੂਸਰੇ ਤੇ ਪਾਉਣ ਲੱਗ ਗਏ। ਕਲਯੁਗ ਤੀਕਰ ਹੁਣ ਤੀਕਰ ਉਹੀ ਨਿਯਮ ਚੱਲਿਆ ਆ ਰਿਹਾ। ਜਦੋਂ ਗੁਰੂ ਨਾਨਕ ਸਾਹਿਬ 10ਵੇਂ ਸਰੂਪ ਦੇ ਵਿੱਚ ਆਏ, ਫਿਰ ਗਰੀਬ ਨਵਾਜ਼ ਸਤਿਗੁਰਾਂ ਨੇ ਕਿਹਾ ਵੀ ਭਗਤ ਪ੍ਰਹਲਾਦ ਜੀ ਠੀਕ ਹੈ ਵੀ ਉਹਨਾਂ ਦੀ ਖੁਸ਼ੀ ਤੁਸੀਂ ਇਹ ਦਿਨ ਮਨਾਉਂਦੇ, ਪਰ ਇਹਦੇ ਵਿੱਚ ਬੜੀਆਂ ਕੁਰੀਤੀਆਂ ਜੁੜ ਗਈਆਂ ਨੇ। ਲੋਕ ਬਹੁਤ ਹੀ ਭੈੜੇ ਕਰਮ ਇਸ ਦੇ ਨਾਲ ਜੁੜ ਕੇ ਕਰਨ ਲੱਗ ਪਏ। ਤੇ ਸਤਿਗੁਰੂ ਮਹਾਰਾਜ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੋਲੀ ਤੋਂ ਹੋਲਾ ਬਣਾ ਦਿੱਤਾ ਵੀ ਅਸਲ 'ਚ ਭਗਤ ਪ੍ਰਹਲਾਦ ਨੂੰ ਜੇ ਤੁਸੀਂ ਯਾਦ ਕਰਨਾ ਹੈ ਨਾ, ਜਿਹਨੂੰ ਆਪਾਂ ਰੋਜ਼ ਹੀ ਗੁਰਬਾਣੀ ਚੇਤਾ ਕਰਦੇ ਹਾਂ, ਭਗਤ ਪ੍ਰਹਲਾਦ ਜੀ ਦੀ ਮਹਿਮਾ ਦੇ ਬਚਨ ਮਹਾਰਾਜ ਦੀ ਬਾਣੀ 'ਚ ਆਸਾ ਦੀ ਵਾਰ ਦੀ ਸਮਾਪਤੀ ਤੇ ਰੋਜ਼ ਹੀ ਹੁੰਦੇ ਨੇ ਵੀ ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਲਾਦ ਤਰਾਇਆ। ਉਹ ਭਗਤ ਪ੍ਰਹਲਾਦ ਨੂੰ ਯਾਦ ਕਰਨਾ ਤਾਂ ਇਹ ਕ੍ਰੀਤੀ ਛੱਡ ਕੇ ਸ਼ਸਤਰ ਧਾਰੀ ਬਣਾਇਆ ਤੇ ਹੋਲੀ ਦੇ ਥਾਂ ਤੇ ਹੋਲਾ ਮਹੱਲਾ 10ਵੇਂ ਪਾਤਸ਼ਾਹ ਨੇ ਆਰੰਭ ਕਰ ਦਿੱਤਾ। ਇਸ ਦਿਨ ਸਤਿਗੁਰੂ ਸਾਹਿਬ ਜੀ ਘੋੜ ਸਵਾਰੀ ਦਾ ਅਭਿਆਸ ਕਰਾਉਂਦੇ, ਨੇਜੇਬਾਜ਼ੀ ਕਰਾਉਂਦੇ, ਦੋ ਟੁਕੜੀਆਂ ਬਣਾ ਕੇ ਉਹਨਾਂ ਦਾ ਆਪਸ ਦੇ ਵਿੱਚ ਯੁੱਧ ਕਰਾਉਂਦੇ। ਸੋ ਇਸ ਢੰਗ ਦੇ ਨਾਲ ਸ਼ਸਤਰ ਵਿਦਿਆ ਦੇ ਨਾਲ ਸੰਬੰਧਿਤ ਮਹਾਰਾਜ ਨੇ ਇਸ ਦਿਹਾੜੇ ਨੂੰ ਕਰ ਦਿੱਤਾ। ਜੰਗੀ ਜੌਹਰ ਸਤਿਗੁਰੂ ਸਾਹਿਬ ਨੇ ਆਰੰਭ ਕਰ ਦਿੱਤੇ ਤੇ ਅੱਜ ਤੱਕ ਵੀ ਆਨੰਦਪੁਰ ਸਾਹਿਬ ਜੋ ਹੋਲਾ ਮਹੱਲਾ ਗੁਰੂ ਕਲਗੀਧਰ ਸਾਹਿਬ ਦੇ ਸਮੇਂ ਤੋਂ ਆਰੰਭ ਹੋਇਆ ਇਹ ਮੇਲਾ ਹੈ। ਇਹ ਜੋੜ ਮੇਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਰੰਭ ਕੀਤਾ ਤੇ ਉਹ ਮਰਿਆਦਾ ਹੁਣ ਵੀ ਨਿਭਾਈ ਜਾਂਦੀ ਉਸੇ ਤਰ੍ਹਾਂ। ਸੋ ਇਹ ਫੱਗਣ ਦੀ ਪੂਰਨਮਾਸ਼ੀ ਦੇ ਸਮੇਂ ਲੋਕ ਇੱਕ ਦੂਜੇ ਤੇ ਰੰਗ ਪਾ ਕੇ ਖੁਸ਼ੀ ਮਨਾਉਂਦੇ ਹਨ। ਸਤਿਗੁਰੂ ਮਹਾਰਾਜ ਸਾਹਿਬ ਨੇ ਕਿਹਾ ਵੀ ਇੱਦਾਂ ਤਾਂ ਨਹੀਂ ਆਨੰਦ ਮਿਲਣਾ, ਕਿਸੇ ਦੇ ਰੰਗ ਪਾ ਕੇ ਕਿੰਨੀ ਕੁ ਚਿਰ ਦੀ ਖੁਸ਼ੀ ਹੈ ਤੇ ਥੋੜ੍ਹੇ ਕੁ ਚਿਰ ਦੀ ਖੁਸ਼ੀ ਹੈ। ਕਹਿੰਦੇ ਵੀ ਜੇ ਆਨੰਦ ਮਨਾਉਣਾ ਹੀ ਹੈ ਤਾਂ ਬਾਣੀ ਪੜ੍ਹ ਕੇ ਮਨਾਓ। ਉਹ ਗੁਰਮੁਖ ਪਿਆਰੇ, ਉਹਨਾਂ ਦੀ ਰਸਨਾ ਤੋਂ ਐਸੇ ਬਚਨ ਨਿਕਲਦੇ ਹਨ, ਆਜ ਹਮਾਰੇ ਬਨੇ ਫਾਗ। ਕਹਿੰਦੇ ਅੱਜ ਸਾਡੀ ਹੋਲੀ ਹੀ ਬਣ ਗਈ ਹੈ। ਕਿਹੜੀ ਹੋਲੀ? ਪ੍ਰਭ ਸੰਗੀ ਮਿਲ ਖੇਲਣ ਲਾਗ, ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ। ਜਿਹੜਾ ਸੰਗਤ ਵਿੱਚ ਬੈਠਣਾ ਹੈ, ਜੋ
ਸੰਗਤ ਵਿੱਚ ਬਹਿ ਕੇ ਫੱਗਣ ਦੇ ਮਹੀਨੇ 'ਚ ਪਰਮੇਸ਼ਰ ਦੀ ਮਹਿਮਾ ਕਰਨੀ, ਇਹੀ ਹੋਲੀ ਖੇਡਣੀ ਹੈ। ਤੇ ਇਹ ਰੰਗ ਇਹੋ ਜਿਹਾ ਲੱਗਦਾ, ਇਹ ਫਿਰ ਲੈਂਦਾ ਵੀ ਨਹੀਂ ਹੈ। ਇਹ ਸਦਾ ਹੀ ਰੰਗ ਚੜਿਆ ਰਹਿੰਦਾ, ਜਿਵੇਂ ਉਹ ਰੰਗ ਪਾਣੀ ਨਾਲ ਧੋਤਿਆਂ ਲੱਥ ਜਾਂਦਾ, ਕਹਿੰਦੇ ਵੀ ਇਹ ਰੰਗ ਵਿਸ਼ਿਆਂ ਦੇ ਪਾਣੀ ਨਾਲ ਵੀ ਨਹੀਂ ਲੱਥਦਾ, ਆਨੰਦ ਸਦਾ ਬਣਿਆ ਰਹਿੰਦਾ ਹੈ। ਇਵੇਂ ਫੱਗਣ ਦਾ ਮਹੀਨਾ ਖੁਸ਼ੀਆਂ ਦਾ ਮਹੀਨਾ। ਫੱਗਣ ਦੇ ਮਹੀਨੇ ਵਿੱਚ ਲੋਕ ਚਾਅ ਮਲਾਰ ਕਰਦੇ ਹਨ। ਜਿਵੇਂ ਬਨਸਪਤੀ ਨਵੀਂ ਭਾਅ ਮਾਰਦੀ ਹੈ, ਨਵੇਂ ਉਹਨੂੰ ਪੱਤੇ ਨਿਕਲਦੇ ਨੇ, ਫੁੱਲ ਪੈਂਦੇ ਨੇ, ਟਹਿਣੀਆਂ ਨਿਕਲਦੀਆਂ ਹਨ। ਇਵੇਂ ਅੰਤਰੀਕ ਭਾਵ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ। ਫਲ ਗੁਣ ਆਨੰਦ ਉਪਾਰਜਨਾ। ਫਲ ਗੁਣ ਆਨੰਦ ਉਪਾਰਜਨਾ। ਜਿਵੇਂ ਸਤਿਗੁਰੂ ਮਹਾਰਾਜ ਕਹਿੰਦੇ ਵੀ ਇਹ ਪ੍ਰਤੱਖ ਫੱਗਣ ਦਾ ਮਹੀਨਾ ਜੋ ਚੜ੍ਹਿਆ ਹੈ, ਇਸ ਫੱਗਣ ਦੇ ਮਹੀਨੇ ਦੇ ਅੰਦਰ ਆਨੰਦ, ਆਤਮਕ ਆਨੰਦ, ਖੇੜਾ, ਉਪਾਰਜਨਾ ਨਾਮ ਹੁੰਦਾ ਪ੍ਰਾਪਤ ਹੋਣ ਦਾ, ਪੈਦਾ ਹੋਣ ਦਾ, ਪ੍ਰਗਟ ਹੋਣ ਦਾ। ਫੱਗਣ ਦੇ ਮਹੀਨੇ ਦੇ ਵਿੱਚ ਉਹਨਾਂ ਨੂੰ ਆਨੰਦ ਪ੍ਰਾਪਤ ਹੋਇਆ ਹੈ, ਆਨੰਦ ਉਹਨਾਂ ਦੇ ਅੰਦਰ ਪ੍ਰਗਟ ਹੋਇਆ ਏ। ਹਰਿ ਸੱਜਣ ਪ੍ਰਗਟੇ ਆਏ। ਜਿਨ੍ਹਾਂ ਦੇ ਅੰਦਰ ਹਰੀ ਪਰਮੇਸ਼ਰ ਜੋ ਸੱਜਣ ਹੈ ਸਾਰਿਆਂ ਦਾ, ਉਹ ਆ ਕੇ ਪ੍ਰਗਟ ਹੋ ਗਏ ਨੇ। ਪਰਮੇਸ਼ਰ ਹੈ ਤਾਂ ਸਾਰਿਆਂ ਦੇ ਵਿੱਚ ਹੀ, ਪਰ ਜਿਨ੍ਹਾਂ ਦੇ ਅੰਦਰ ਪ੍ਰਗਟ ਹੋਇਆ ਹੈ, ਜਿਨ੍ਹਾਂ ਨੂੰ ਉਹਦੀ ਸਾਖਿਆਤਤਾ ਹੋਈ, ਅਨੁਭਵਤਾ ਹੋਈ ਹੈ, ਉਹਨਾਂ ਨੂੰ ਆਤਮਿਕ ਆਨੰਦ ਆ ਕੇ ਪ੍ਰਾਪਤ ਹੁੰਦਾ ਹੈ। ਜਿਨ੍ਹਾਂ ਨੂੰ ਸੱਜਣ, ਕਿਉਂਕਿ ਸੱਜਣ ਅਸਲੀ ਤੇ ਉਹੀ ਹੈ। ਅਸੀਂ ਕਈਆਂ ਨੂੰ ਆਪਣੇ ਮਿੱਤਰ ਸੱਜਣ ਮੰਨਦੇ ਹਾਂ, ਪਰ ਸਾਹਿਬ ਕਹਿੰਦੇ ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦਾ ਸਾਹ। ਫਿਰ ਕਿਹੋ ਜਿਹਾ ਸੱਜਣ ਹੈ? ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾਂ ਦਾ ਵਿਸਾਹ। ਜਿਹਦੇ ਕੋਲ ਬੈਠੇ ਆ ਸ਼ੋਭਾ ਪਾਈਦੀ ਹੈ, ਕੱਲੀ ਇੱਥੇ ਨਹੀਂ, ਦੋਵਾਂ ਜਹਾਨਾਂ 'ਚ ਸ਼ੋਭਾ ਪਾਈਦੀ ਹੈ। ਬਹਿਣੀ ਹੀ ਹੁੰਦੀ ਹੈ ਨਾ, ਕਿਸੇ ਭੈੜੇ ਦੇ ਨਾਲ ਸਾਂਝ ਹੋਵੇ, ਜਿੱਥੇ ਕੋਈ ਬਹਿਣ ਖਲੋਣ ਹੋਵੇ, ਮਾੜੇ ਕਰਮ ਵਾਲਿਆਂ ਨਾਲ ਲੋਕ ਬਦਨਾਮੀ ਕਰਦੇ ਵੀ ਇਹਦੀ ਤਾਂ ਬਹਿਣੀ ਉੱਠਣੀ ਬਹੁਤ ਮਾੜੀ ਹੈ। ਤੇ ਕਿਸੇ ਥੋੜੇ ਚੰਗੇ ਪੁਰਖ ਨਾਲ ਬੈਠਦਾ ਹੋਵੇ, ਲੋਕ ਕਹਿੰਦੇ ਵੀ ਇਹਦੀ ਚੰਗਿਆਂ ਨਾਲ ਗੱਲ ਹੈ। ਤੇ ਜੇ ਚੰਗਿਆਂ ਨੇ ਬਣਾਉਣੀ ਤਾਂ ਗੁਰੂ ਤੋਂ ਵੱਡਾ ਹੋਰ ਸਤਿਗੁਰੂ ਤੋਂ ਬਿਨਾਂ ਸਾਡੇ ਲਈ ਚੰਗਾ ਸੱਜਣ, ਪੱਕਾ ਉੱਚਾ ਮਿੱਤਰ ਕਿਹੜਾ ਹੈ, ਜਿਹਦੇ ਨਾਲ ਸਾਂਝ ਪਾਇਆ ਦੋਵੇਂ ਜਹਾਨਾਂ ਵਿੱਚ ਵਡਿਆਈ ਹੁੰਦੀ ਹੈ। ਤੇ ਪੰਜਮ ਪਾਤਸ਼ਾਹ ਕਹਿੰਦੇ ਵੀ ਜਿਨ੍ਹਾਂ ਦੇ ਅੰਦਰ ਹਰੀ ਸੱਜਣ ਪ੍ਰਗਟ ਹੋਇਆ ਹੈ, ਉਹਨਾਂ ਨੂੰ ਆਨੰਦ ਪੈਦਾ ਹੋਇਆ ਪ੍ਰਤੱਖ ਫੱਗਣ ਦੇ ਮਹੀਨੇ 'ਚ ਵੀ। ਜਾਂ ਫਲਗੁਣ ਤੋਂ ਭਾਵ ਹੈ ਫਲ ਪਲੱਸ ਜਮਾ ਗੁਣ, ਭਾਵ ਜਿਸ ਦੇ ਅੰਦਰ ਸਤ, ਸੰਤੋਖ, ਦਇਆ, ਧਰਮ ਆਦਿਕ ਇੱਦਾਂ 20 ਗੁਣ ਨੇ। ਇਹ 20 ਗੁਣ ਜਿਹਦੇ ਅੰਦਰ ਆ ਕਰਕੇ ਵਸੇ ਹਨ, ਉਹਨਾਂ ਗੁਣਾਂ ਦਾ ਸਦਕਾ ਨੂੰ ਫਲ ਮਿਲਿਆ ਹੈ ਬ੍ਰਹਮ ਗਿਆਨ ਦਾ। ਤੇ ਜਿਨ੍ਹਾਂ ਨੂੰ ਬ੍ਰਹਮ ਗਿਆਨ ਦਾ ਫਲ ਮਿਲਿਆ ਹੈ, ਕਹਿੰਦੇ ਵੀ ਉਹਨਾਂ ਦੇ ਅੰਦਰ ਹੀ ਆਤਮਿਕ ਆਨੰਦ ਪੈਦਾ ਹੋਇਆ ਏ, ਆਤਮਿਕ ਖੇੜਾ ਪੈਦਾ ਹੋਇਆ ਹੈ। ਜਾਂ ਫੱਗਣ ਦਾ ਮਹੀਨਾ ਕੀ ਹੈ? ਮਨੁੱਖਾ ਜਨਮ ਹੀ ਸਾਡਾ ਫੱਗਣ ਦਾ ਮਹੀਨਾ ਹੀ ਹੈ। ਤੇ ਫੱਗਣ ਦੇ ਮਹੀਨੇ ਭਾਵ ਮਨੁੱਖਾ ਜਨਮ 'ਚ ਉਹਨਾਂ ਨੂੰ ਆਨੰਦ ਆ ਕੇ ਪ੍ਰਾਪਤ ਹੋਇਆ, ਪ੍ਰਗਟ ਹੋਇਆ ਏ। ਹਰ ਸੱਜਣ ਪ੍ਰਗਟੇ ਆਏ, ਹਰੀ ਸੱਜਣ ਜਿਨ੍ਹਾਂ ਦੇ ਅੰਦਰ ਆ ਕੇ ਪ੍ਰਗਟ ਪ੍ਰਤੱਖ ਹੋਏ ਨੇ। ਜਿਹਨੂੰ ਸਾਧ ਸੰਗਤ ਪਰਮੇਸ਼ਰ ਦੇ ਗੁਰਾਂ ਦੇ ਮਿਲਣ ਦਾ ਆਨੰਦ ਪ੍ਰਾਪਤ ਹੋਇਆ, ਇਹ ਤਾਂ ਉਹੀ ਜਾਣਦਾ ਨਾ, ਦੂਜਾ ਕੀ ਅਨੁਭਵ ਕਰ ਸਕਦਾ ਹੈ। ਭਾਈ ਮੱਖਣ ਸ਼ਾਹ ਲਵਾਣਾ ਆਏ, ਸਾਰਿਆਂ ਦੀ ਪਰਖ ਕਰਦਿਆਂ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਵੀ 5 ਮੋਹਰਾਂ ਰੱਖੀਆਂ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਰਕੇ ਮੋਢਾ ਆਪਣਾ ਨੰਗਾ ਕਹਿਣ ਲੱਗੇ, ਮੱਖਣ ਸ਼ਾਹ ਭੁੱਲ ਗਿਆ ਏਡੇ ਛੇਤੀ ਹੁਣ? ਆ ਵੇਖ ਸਾਡੇ ਤਾਂ ਹਾਲਾਂ ਇਹ ਮੋਢੇ ਤੋਂ ਨਿਸ਼ਾਨ ਵੀ ਨਹੀਂ ਗਿਆ, ਤੇਰਾ ਬੇੜਾ ਕਹਿੰਦੇ ਧੱਕਾ ਲਾ ਕੇ ਬੰਨੇ ਕੀਤਾ। ਤੇ ਹੁਣ ਕਹਿੰਦੇ ਤੂੰ ਵੀ ਜੋ ਗੁਰੂ ਘਰ ਦੀ ਸੁਖਣਾ ਸੁਖੀ ਉਹ 5 ਤੇ ਆ ਗਿਆ। ਬਸ ਇਹ ਗੱਲ ਸੁਣਦੀ ਦੇਰ ਸੀ, ਭਾਈ ਮੱਖਣ ਸ਼ਾਹ ਲਵਾਣੇ ਨੂੰ ਜਿਹੜਾ ਆਨੰਦ ਪ੍ਰਗਟ ਹੋਇਆ, ਜਿਹੜਾ ਉਹਨੂੰ ਆਨੰਦ ਮਿਲਿਆ ਹਰੀ ਰੂਪ ਸੱਜਣ ਗੁਰੂ ਤੇਗ ਬਹਾਦਰ ਸਾਹਿਬ ਦੇ ਮਿਲਣ ਦਾ, ਉਹ ਆਨੰਦ ਕੋਈ ਕਹਿ ਨਹੀਂ ਸਕਦਾ। ਇੱਥੋਂ ਤੱਕ ਮੱਖਣ ਸ਼ਾਹ ਜੀ ਨੂੰ ਕਿਸੇ ਨੇ ਪੁੱਛਿਆ, ਉਹ ਕਹਿੰਦੇ ਵੀ ਮੇਰੇ ਤਾਂ ਚੋਲੇ ਦੀਆਂ ਤਣੀਆਂ ਖੁੱਲ ਗਈਆਂ, ਮੈਂ ਖੁਸ਼ੀ ਵਿੱਚ ਹੀ ਇੰਨਾ ਆਨੰਦ ਵਿੱਚ ਇੰਨਾ ਖੀਵਾ ਹੋ ਗਿਆ, ਫੁੱਲ ਗਿਆ। ਤੇ ਉਸ ਵੇਲੇ ਨਿਕਲੇ ਬਾਹਰ, ਲਾਧੋਰੇ ਦਾ ਹੋਕਾ ਦਿੱਤਾ, ਕੋਠੇ ਤੇ ਚੜ੍ਹ ਕੇ ਉਹ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਆਪਣੇ ਗੁਰੂ ਨੂੰ ਮਿਲਣ ਦਾ ਇਜ਼ਹਾਰ ਕੋਠੇ ਤੇ ਚੜ੍ਹ ਕੇ
ਉੱਚੀ ਉੱਚੀ ਆਵਾਜ਼ ਵਿੱਚ ਗੁਰ ਲਾਧੋ ਰੇ ਸਾਚਾ ਗੁਰ ਲਾਧੋ ਰੇ ਦਾ ਹੋਕਾ ਦੇ ਕੇ ਮੱਖਣ ਛਲ ਬਾਣਾ ਜੀ ਨੇ ਕੀਤਾ। ਉਹਨਾਂ ਨੂੰ ਕਿੰਨਾ ਆਨੰਦ ਹੋਇਆ ਹੋਵੇਗਾ ਜਦੋਂ ਸੱਜਣ ਗੁਰੂ ਤੇਗ ਬਹਾਦਰ ਸਾਹਿਬ ਪ੍ਰਤੱਖ ਹੋ ਗਏ। ਗੁਪਤ ਸਨ, ਇੱਕ ਵਾਰਾ ਗੁਪਤੀ ਰਹੇ ਮਹਾਰਾਜ। ਸਤਿਗੁਰਾਂ ਦੇ ਗੁਪਤ ਹੋਣ ਕਰਕੇ, ਸਾਹਿਬਾਂ ਦੇ ਦਰਸ਼ਨ ਨਾ ਹੋਣ ਕਰਕੇ ਬਹੁਤ ਬੁਰੀ ਹਾਲਤ ਹੋ ਰਹੀ ਸੀ ਸਿੱਖ ਸੰਗਤਾਂ ਦੀ। ਮੱਖਣ ਸ਼ਾਹ ਜੀ ਵੀ ਵਿਆਕੁਲ ਹੋ ਗਏ, ਪਰ ਜਦੋਂ ਪ੍ਰਗਟ ਹੋ ਗਏ ਮਹਾਰਾਜ, ਫਿਰ ਉਹ ਆਨੰਦ ਹੀ ਆਨੰਦ ਪੈਦਾ ਹੋਇਆ ਜਿਹੜਾ ਕਿਹਾ ਹੀ ਨਹੀਂ ਜਾ ਸਕਦਾ। ਇਸੇ ਤਰ੍ਹਾਂ ਹੀ ਸਾਧ ਸੰਗਤ ਜੀ, ਪਰਮੇਸ਼ਰ ਸਾਡੇ ਸਾਰਿਆਂ ਦੇ ਅੰਦਰ ਹੈ, ਪਰ ਉਹ ਗੁਪਤ ਹੈ। ਜਦੋਂ ਪ੍ਰਗਟ ਹੁੰਦਾ ਏ ਉਸ ਵੇਲੇ ਫਿਰ ਇਹ ਆਤਮਿਕ ਆਨੰਦ, ਇਹ ਖੇੜਾ ਆਉਂਦਾ ਹੈ ਵੀ ਕਿਹਾ ਨਹੀਂ ਜਾ ਸਕਦਾ। ਜਿਵੇਂ ਅਨੰਦਪੁਰ ਸਾਹਿਬ ਗੁਰੂ ਕਲਗੀਧਰ ਮਹਾਰਾਜ ਦੇ ਕੋਲ ਇੱਕ ਸਿੱਖ ਆਇਆ, ਉਹਦਾ ਨਾਂ ਸੀ ਆਨੰਦ ਸਿੰਘ। ਮਹਾਰਾਜ ਦੇ ਕੋਲ ਆਇਆ, ਸਤਿਗੁਰੂ ਕਹਿੰਦੇ ਕੁਝ ਪੜ੍ਹਿਆ? ਕਹਿੰਦਾ ਨਹੀਂ। ਸਾਹਿਬ ਕਹਿੰਦੇ ਫਿਰ ਤੈਨੂੰ ਸੰਥਿਆ ਵਾਸਤੇ ਲਾਉਨੇ, ਗੁਰਬਾਣੀ ਪੜ੍ਹਿਆ ਕਰ। ਪੰਜ ਗ੍ਰੰਥੀ ਪੋਥੀ ਤੋਂ ਆਰੰਭਤਾ ਕੀਤੀ ਤੇ ਜਦੋਂ ਆਨੰਦ ਸਾਹਿਬ ਤੇ ਆਇਆ, ਪਹਿਲੀ ਤੁਕ ਪੜ੍ਹੀ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਉਹ ਫਿਰ ਸੰਥਿਆ ਪੋਥੀ ਸੰਤੋਖ ਕੇ ਚਲਾ ਗਿਆ, ਸੰਥਿਆ ਕਰਨੀ ਨਾ ਆਇਆ। ਜਿਹੜਾ ਸੰਥਿਆ ਕਰਾਉਂਦਾ ਸੀ ਸਿੱਖ ਨੂੰ ਪੁੱਛਿਆ ਵੀ ਹਾਂ ਤੂੰ ਜਿਹੜੇ ਸਿੱਖ ਨੂੰ ਸੰਥਿਆ ਕਰਾਉਂਦਾ ਸੀ ਆਨੰਦ ਸਿੰਘ ਨੂੰ ਪੜ੍ਹਾਤਾ ਉਹਨੂੰ ਪੂਰਾ? ਕਹਿੰਦਾ ਮਹਾਰਾਜ ਉਹ ਤਾਂ ਆਇਆ ਹੀ ਨਹੀਂ, ਬੜੇ ਦਿਨ ਹੋ ਗਏ ਆ। ਸਤਿਗੁਰਾਂ ਨੇ ਸੱਦਿਆ, ਭਾਈ ਆਨੰਦ ਸਿੰਘ ਤੂੰ ਸੰਥਿਆ ਕਰਨ ਨਹੀਂ ਆਉਂਦਾ, ਗੁਰਬਾਣੀ ਪੜ੍ਹਨ ਸਿੱਖਣ ਨਹੀਂ ਆਉਂਦਾ। ਕਹਿੰਦਾ ਮਹਾਰਾਜ ਹੁਣ ਕੋਈ ਇੱਛਾ ਰਹਿ ਹੀ ਨਹੀਂ ਗਈ। ਕਹਿੰਦੇ ਕਿਉਂ? ਕਿਉਂਕਿ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰੂ ਜੀ ਜਦੋਂ ਤੁਹਾਨੂੰ ਮੈਂ ਪ੍ਰਾਪਤ ਕਰ ਲਿਆ ਆਪਣੇ ਗੁਰੂ ਰੂਪ ਦੇ ਵਿੱਚ, ਹੁਣ ਮੈਨੂੰ ਹੋਰ ਕਿਸੇ ਤਰ੍ਹਾਂ ਦੀ ਖਾਹਿਸ਼ ਰਹਿ ਹੀ ਨਹੀਂ ਕਿ ਮੇਰੇ ਅੰਦਰ ਆਨੰਦ ਹੀ ਪੈਦਾ ਹੋ ਗਿਆ ਤੁਹਾਡੇ ਦਰਸ਼ਨ ਕਰਕੇ। ਦਸਮ ਪਾਤਸ਼ਾਹ ਕਲਗੀਧਰ ਬਹੁਤ ਖੁਸ਼ ਹੋਏ ਵੀ ਤੂੰ ਸਾਡੇ ਨਾਲ ਐਸਾ ਪਿਆਰ ਵਿਖਾਇਆ, ਪਰ ਫਿਰ ਵੀ ਗੁਰਬਾਣੀ ਦਾ ਅਦਬ ਕਰਨ ਦੇ ਲਈ ਇਹ ਸੰਥਿਆ ਪੂਰੀ ਕਰਨੀ ਹੈ। ਫਿਰ ਉਹਨੇ ਸੰਥਿਆ ਪੂਰੀ ਕੀਤੀ। ਸੋ ਇਸ ਤਰ੍ਹਾਂ ਪ੍ਰੇਮ ਦੀ ਖੇਡ ਜਿਨ੍ਹਾਂ ਦੇ ਅੰਦਰ ਜਾਗ ਪੈਂਦੀ ਆ ਨਾ, ਜਿਨ੍ਹਾਂ ਦੇ ਅੰਦਰ ਸਤਿਗੁਰੂ ਪ੍ਰਗਟ ਹੋ ਆਉਂਦੇ ਨੇ, ਸਤਿਗੁਰਾਂ ਦੇ ਦਰਸ਼ਨ ਹੁੰਦੇ ਹਨ, ਉਹਨਾਂ ਨੂੰ ਬਹੁਤ ਹੀ ਆਤਮਿਕ ਆਨੰਦ ਮਿਲਦਾ ਹੈ। ਇਹ ਫੱਗਣ ਦਾ ਮਹੀਨਾ ਉਹਨਾਂ ਦਾ ਹੀ ਸਫਲਾ ਸਮਝੋ, ਮਨੁੱਖਾ ਜਨਮ ਉਹਨਾਂ ਦਾ ਸਫਲਾ ਏ ਜਿਨ੍ਹਾਂ ਦੇ ਅੰਦਰ ਹਰੀ ਸੱਜਣ ਜੀ ਪ੍ਰਗਟ ਆਏ ਨੇ ਤੇ ਆਨੰਦ ਪੈਦਾ ਹੋਇਆ ਹੈ ਪ੍ਰਗਟ ਹੋਣ ਕਰਕੇ। ਸੰਤ ਸਹਾਈ RAM ਕੇ। ਤੇ ਜਦੋਂ ਪ੍ਰਾਪਤ ਹੋਇਆ ਨੂੰ ਜੇ ਕੋਈ ਪੁੱਛੇ ਵੀ ਹੇ ਮਹਾਂਪੁਰਖੋ ਤੁਸੀਂ ਮਿਲੇ ਹੋ, ਸਾਨੂੰ ਵੀ ਜੁਗਤੀ ਦੱਸੋ ਵੀ ਕਿਵੇਂ ਵਾਹਿਗੁਰੂ ਮਿਲਦਾ ਹੈ, ਤਾਂ ਉਹ ਦੱਸਦੇ ਨੇ ਸੰਤ ਸਹਾਈ RAM ਕੇ। RAM ਪਰਮੇਸ਼ਰ ਵਿਆਪਕ ਦੇ ਨਾਲ ਪ੍ਰੇਮ ਲਾਉਣ ਦੇ ਵਾਸਤੇ ਸੰਤ ਸਹਾਈ ਹਨ। ਸੰਤ ਸਹਾਈ ਹੁੰਦੇ ਨੇ। ਸੰਤ ਕਿਹੜੇ? ਇੱਕ ਤਾਂ ਆਪਾਂ ਜਿਨ੍ਹਾਂ ਨੇ ਰੰਗ ਬਰੰਗੇ ਕੱਪੜੇ ਪਾਏ ਹੋਣ ਉਹਨਾਂ ਨੂੰ ਵੀ ਸੰਤ ਕਹਿ ਦਿੰਦੇ ਆ, ਪਰ ਸੰਤ ਜਿਨ੍ਹਾਂ ਸਵਾਸ ਗਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ, ਜਿਹੜੇ ਸਵਾਸ ਨਾਮ ਜਪਦੇ, ਜਿਨ੍ਹਾਂ ਦੇ ਅੰਦਰ ਸ਼ਾਂਤੀ ਆ ਗਈ ਆ, ਜਿਨ੍ਹਾਂ ਦਾ ਅੰਦਰ ਸ਼ਾਂਤ ਹੋ ਗਿਆ ਵਿਕਾਰਾਂ ਵੱਲੋਂ, ਉਹ ਸੰਤ ਨੇ। ਸੰਤ ਅਵਸਥਾ ਦਾ ਨਾਮ ਹੈ, ਸੰਤ ਭੇਖ ਦਾ ਨਾਮ ਨਹੀਂ ਹੈ। ਇਹ ਸੰਤ ਅਵਸਥਾ ਹਰ ਇੱਕ ਸਿੱਖ ਨੂੰ ਬਣਾਉਣ ਦੇ ਲਈ ਹੀ ਮਹਾਰਾਜ ਨੇ ਗੁਰਬਾਣੀ ਉਚਾਰੀ ਹੈ। ਜਿੰਨੇ ਵੀ ਗੁਰੂ ਕੇ ਸਿੱਖ ਬਾਣੀ ਨੂੰ ਪੜ੍ਹਦੇ ਮੰਨਦੇ ਕਮਾਉਂਦੇ ਉਹ ਸਾਰੇ ਹੀ ਸੰਤ ਹਨ। ਤੇ ਸੰਤ ਸ਼ਬਦ ਨਾਲ ਨਫ਼ਰਤ ਕਰਨੀ ਵੀ ਬਿਲਕੁਲ ਮਾੜੀ ਗੱਲ ਹੈ। ਬਸ ਇਹ ਵੇਖੋ ਵੀ ਸੰਤ ਗੁਰਾਂ ਨੇ ਕਿਹਾ ਕਿਹਨੂੰ ਹੈ। ਜਿਹੜੇ ਬਾਣੀ ਪੜ੍ਹਦੇ ਨੇ, ਨਾਮ ਜਪਦੇ ਤੇ ਗੁਰੂ ਦਾ ਬਚਨ ਮਰਿਆਦਾ ਨੂੰ ਦ੍ਰਿੜਤਾ ਨਾਲ ਕਮਾਉਂਦੇ ਨੇ, ਉਹ ਸੰਤ ਜੀਵਨ ਵਾਲੇ ਸਿੱਖ ਨੇ। ਉਹ ਭਾਵੇਂ ਘਰ ਦੇ ਵਿੱਚ ਰਹਿੰਦਾ ਹੈ, ਭਾਵੇਂ ਕਿਤੇ ਘਰ ਤੋਂ ਬਾਹਰ ਵਿਰਕਤ ਹੋ ਕੇ ਤੁਰਿਆ ਫਿਰਦਾ ਹੈ, ਉਹ ਸੰਤ ਹੀ ਹੈ। ਤੇ ਜਿਹੜੇ ਸੰਤ ਹੁੰਦੇ ਨੇ ਪਰਮੇਸ਼ਰ ਅਕਾਲ ਪੁਰਖ ਦੇ ਨਾਲ ਪ੍ਰੇਮ ਲਾਉਣ ਲਈ ਸਹਾਈ ਬਣਦੇ ਨੇ, ਮਦਦਗਾਰ ਬਣਦੇ ਨੇ। ਇਹਨਾਂ ਦੇ ਰਾਹੀਂ ਵਾਹਿਗੁਰੂ ਦਾ ਦਰਸ਼ਨ ਹੁੰਦਾ ਹੈ। ਜਿਵੇਂ ਸਾਧ ਸੰਗਤ ਮੱਖੀਆਂ ਵੇਖੋ ਕੌੜੇ ਸੁਭਾਅ ਦੀਆਂ ਹੁੰਦੀਆਂ ਨੇ ਨਾ, ਮਧੂ ਮੱਖੀ ਕੌੜਾ ਸੁਭਾਅ ਹੀ ਹੈ, ਡੰਗ ਮਾਰਦੀ ਹੈ, ਪਰ ਜਦੋਂ ਆਪਸ ਵਿੱਚ ਇਕੱਠੀਆਂ ਮਿਲਦੀਆਂ ਨੇ ਫੁੱਲਾਂ ਤੋਂ ਰਸ ਲੈ ਕੇ ਇੱਕ ਥਾਂ ਤੇ ਜਦੋਂ ਇਕੱਠੀਆਂ ਹੁੰਦੀਆਂ ਤਾਂ ਵੇਖ ਲਓ ਸ਼ਹਿਦ ਬਣਾ ਦਿੰਦੀਆਂ। ਸੁਭਾਅ ਉਹਨਾਂ ਦਾ ਕੌੜਾ ਹੈ, ਪਰ ਜਦੋਂ ਇਕੱਠੀਆਂ ਹੋ ਕੇ ਬੈਠਦੀਆਂ ਨੇ ਤੇ ਫਿਰ ਉਹ ਮਿੱਠਾ ਸ਼ਹਿਦ ਪੈਦਾ ਕਰਦੀਆਂ।
ਇਵੇਂ ਹੀ ਜੋ ਸੰਤ ਸਤ ਸੰਗਤ ਹੈ, ਇੱਥੇ ਸਾਰੇ ਤਰ੍ਹਾਂ ਦੇ ਆਪਾਂ ਜੀਵ, ਕੋਈ ਉੱਚੀ ਬਿਰਤੀ ਦਾ, ਕੋਈ ਨੀਵੀਂ ਦਾ, ਕੋਈ ਵਿਭਚਾਰੀ, ਕੋਈ ਚੰਗੇ ਆਚਰਣ ਵਾਲਾ, ਕੋਈ ਪੜ੍ਹਿਆ, ਕੋਈ ਅਨਪੜ੍ਹ, ਕੋਈ ਨਿਮਰਤਾਵਾਨ, ਕੋਈ ਝਗੜਾਲੂ, ਸਾਰੇ ਜਦੋਂ ਇਕੱਠੇ ਹੋ ਕੇ ਬੈਠਦੇ ਆ ਨਾ ਸੰਤ ਰੂਪ ਬਣ ਕੇ ਸੰਗਤ ਰੂਪ ਦੇ ਵਿੱਚ, ਫਿਰ ਮਹਾਰਾਜ ਜੀ ਪ੍ਰੇਮ ਦਾ ਸ਼ਹਿਦ ਪੈਦਾ ਕਰ ਦਿੰਦੇ ਨੇ। ਸੰਗਤ ਐਸੀ ਮਹਾਨ ਅਸਥਾਨ ਹੈ, ਐਸੀ ਮਹਾਨ ਜਗ੍ਹਾ ਏ ਜਿੱਥੇ ਸਭ ਉੱਚੇ ਨੀਵੇਂ ਪੜ੍ਹੇ ਲਿਖੇ ਅਨਪੜ੍ਹ ਬਰਾਬਰ ਬੈਠ ਕੇ ਤੇ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਦੇ ਹਨ ਤੇ ਕਰ ਸਕਦੇ ਨੇ। ਇਸ ਕਰਕੇ ਸਤ ਸੰਗਤ ਸਹਾਈ ਹੁੰਦੀ ਹੈ। ਇਕੱਲਾ ਬੰਦਾ ਜਿੰਨਾ ਮਰਜ਼ੀ ਯਤਨ ਕਰੀ ਜਾਏ ਕੁਝ ਨਹੀਂ ਹੋ ਸਕਦਾ। ਸੰਗਤ ਨਾਲ ਮਿਲ ਕਰਕੇ ਵਾਹਿਗੁਰੂ ਦਾ ਪ੍ਰੇਮ ਪੈਦਾ ਹੋ ਜਾਂਦਾ ਹੈ। ਤੇ ਜਿਹੜੇ ਸੰਤ ਨੇ, ਨਾਮ ਜਪਣ ਵਾਲੇ, ਗੁਰੂ ਕੀ ਸੰਗਤ ਦਾ ਇਕੱਠ ਹੈ, ਇਹ ਵਾਹਿਗੁਰੂ ਦੇ ਨਾਲ ਮਿਲਣ ਵਾਸਤੇ ਸਹਾਈ ਹੁੰਦੇ ਨੇ। ਭਾਵੇਂ ਤਰਲੋਚਨ ਬ੍ਰਾਹਮਣ ਨੇ ਭਗਤ ਧੰਨੇ ਨਾਲ ਛਾਲੀ ਕੀਤਾ ਸੀ, ਉਹਨੂੰ ਪੱਥਰ ਦੇ ਦਿੱਤਾ, ਉਹਦੇ ਕੋਲ ਗਾਂ ਲੈ ਲਈ ਲਵੇਰੀ, ਗਊ ਲਵੇਰੀ ਲੈ ਕੇ ਭਗਤ ਧੰਨੇ ਨੇ ਆਪਣੇ ਪ੍ਰੇਮ ਸਦਕਾ ਦ੍ਰਿੜਤਾ ਨਾਲ ਪਰਮੇਸ਼ਰ ਦੇ ਦਰਸ਼ਨ ਕਰ ਲਏ। ਤਰਲੋਚਨ ਬ੍ਰਾਹਮਣ ਨੂੰ ਪਤਾ ਲੱਗਾ, ਉਹ ਵੀ ਆ ਡਿੱਗਾ, ਕਹਿਣ ਲੱਗਾ ਭਗਤ ਧੰਨੇ ਨੂੰ, ਧੰਨਾ ਜੀ ਮੈਂ ਤਾਂ ਤੁਹਾਡੇ ਨਾਲ ਭਾਵੇਂ ਛਲ ਕਪਟੀ ਕੀਤਾ ਸੀ, ਤੈਨੂੰ ਗਲੋਂ ਲਾਉਣ ਲਈ ਇੱਕ ਪੱਥਰ ਜਿਹਾ ਦੇਤਾ, ਪਰ ਅਸਲ ਵਿੱਚ ਕਹਾਂ ਦਰਸ਼ਨ ਹਾਲਾਂ ਤੀਕਰ ਮੈਨੂੰ ਵੀ ਨਹੀਂ ਹੋਏ, ਤੇ ਤੂੰ ਵਾਹਿਗੁਰੂ ਨੂੰ ਦਰਸ਼ਨ ਉਹਨਾਂ ਦੇ ਕਰਕੇ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ, ਉਹਦੇ ਦਰਸ਼ਨ ਕਰ ਲਏ ਨੇ, ਮੈਨੂੰ ਵੀ ਉਸ ਮਾਲਕ ਨਾਲ ਮਿਲਾ ਦੇ। ਤੇ ਭਗਤ ਧੰਨਾ ਜੀ ਸਰਲ ਸੁਭਾਅ ਦੇ, ਉਹਨਾਂ ਆਪਣੀ ਬਿਰਤੀ ਦੁਆਰਾ ਜਿਵੇਂ ਪਰਮੇਸ਼ਰ ਨਾਲ ਤਾਰ ਜੁੜੀ, ਕਹਿਣ ਲੱਗੇ ਮਹਾਰਾਜਾ ਤਰਲੋਚਨ ਨੂੰ ਵੀ ਦਰਸ਼ਨ ਦਿਓ। ਤੇ ਪਰਮੇਸ਼ਰ ਜੀ ਕਹਿਣ ਲੱਗੇ ਧੰਨਿਆ ਇਹ ਬੜਾ ਚਲਾਕ ਹੀ, ਇਹਨੇ ਤੇਰੇ ਨਾਲ ਧੋਖਾ ਕੀਤਾ ਸੀ, ਪੱਥਰ ਜਿਹਾ ਦੇ ਕੇ ਗਊ ਲੈ ਕੇ ਕਹਿੰਦਾ ਸੀ ਵੀ ਆ ਪੱਥਰ ਰੱਬ ਹੈ, ਕਹਿੰਦੇ ਇਹਦੀਆਂ ਗੱਲਾਂ 'ਚ ਨਾ ਵੀ ਇਹਨੂੰ ਨਹੀਂ ਦਰਸ਼ਨ ਹੋਣੇ। ਧੰਨਾ ਜੀ ਨੇ ਤਰਲੋਚਨ ਜੀ ਨੂੰ ਕਹਿਤਾ ਵੀ ਨਹੀਂ ਭਾਈ ਇਹ ਗੱਲ ਬਣਨੀ ਨਹੀਂ, ਮਹਾਰਾਜ ਕਹਿੰਦੇ ਤੈਨੂੰ ਨਹੀਂ ਦਰਸ਼ਨ ਦੇਣੇ, ਤੂੰ ਬੜਾ ਕਹਿੰਦੇ ਵੀ ਚਲਾਕ ਹੈ। ਉਹ ਕਹਿਣ ਲੱਗਾ ਧੰਨਿਆ ਭਾਵੇਂ ਮੈਂ ਤੇਰੇ ਨਾਲ ਕਪਟੀ ਕੀਤਾ, ਪਰ ਮੇਰੇ ਕਪਟ ਕਰਕੇ ਹੀ ਤੇਰੇ ਅੰਦਰ ਦ੍ਰਿੜਤਾ ਆਈ ਨਾ, ਤੇ ਤੂੰ ਪੱਥਰ ਦੇ ਰਾਹੀਂ ਵਾਹਿਗੁਰੂ ਨੂੰ ਪ੍ਰਗਟ ਕਰਕੇ ਦਰਸ਼ਨ ਕੀਤੇ ਐ, ਤੇ ਉਹ ਕਰ ਵੀ ਪਰਮੇਸ਼ਰ ਨੂੰ ਇਹ ਕਹਿ ਵੀ ਮੇਰੇ ਕਰਕੇ ਬਾਹਮਣ ਨੂੰ ਤਰਲੋਚਨ ਨੂੰ ਦਰਸ਼ਨ ਦੇ ਦਿਓ। ਭਗਤ ਧੰਨਾ ਜੀ ਫੇਰ ਕਹਿਣ ਲੱਗੇ ਮਹਾਰਾਜ ਚਲੋ ਤੁਸੀਂ ਇਹਨੂੰ ਦਰਸ਼ਨ ਨਹੀਂ ਦੇਣੇ, ਮੇਰਾ ਕਰਕੇ ਹੀ ਦੇ ਦਿਓ। ਵਾਹਿਗੁਰੂ ਜੀ ਦੀ ਬੜੀ ਪ੍ਰਸੰਨਤਾ ਹੋਈ। ਉਹ ਤਰਲੋਚਨ ਜਿਹੜਾ ਠੱਗੀਆਂ ਮਾਰਦਾ ਸੀ, ਉਹਨੂੰ ਵੀ ਭਗਤ ਧੰਨਾ ਜੀ ਨੇ ਦਰਸ਼ਨ ਕਰਾ ਦਿੱਤੇ। ਇਹ ਤਰਲੋਚਨ ਭਗਤ ਨਹੀਂ ਹੋਇਆ, ਇਹ ਤਰਲੋਚਨ ਹੋਰ ਇੱਕ ਬ੍ਰਾਹਮਣ ਹੋਇਆ ਜਿਹਦੀ ਇਹ ਸਾਖੀ ਹੈ। ਤੇ ਇਵੇਂ ਸੰਤ ਸਹਾਈ ਹੁੰਦੇ ਨੇ ਰਾਮ ਪਰਮੇਸ਼ਰ ਦੇ ਨਾਲ ਮਿਲਣ ਦੇ। ਭਗਤ ਧੰਨਾ ਜੀ ਦੇ ਕਰਕੇ ਤਰਲੋਚਨ ਨੂੰ ਵੀ ਮਾਲਕ ਦਾ ਮਿਲਾਪ ਹੋ ਗਿਆ। ਇਸੇ ਪ੍ਰਕਾਰ ਦੇ ਨਾਲ ਭਗਤ ਨਾਮਦੇਵ ਜੀ ਦੇ ਵੀ ਜੀਵਨ ਦੀ ਸਾਖੀ ਹੁੰਦੀ ਹੈ। ਤੇ ਭਗਤ ਤਰਲੋਚਨ ਜਿਨ੍ਹਾਂ ਦਾ ਗੁਰਬਾਣੀ 'ਚ ਸ਼ਬਦ ਹੈ, ਉਹਨਾਂ ਦਾ ਮਿਲਾਪ ਹੋਇਆ। ਪਤਾ ਲੱਗਾ ਵੀ ਨਾਮਦੇਵ ਜੀ ਨੂੰ ਪਰਮੇਸ਼ਰ ਨੇ ਪ੍ਰਗਟ ਹੋ ਕੇ ਦਰਸ਼ਨ ਦਿੱਤੇ ਨੇ। ਤੇ ਜਿਹੜਾ ਉਹਨਾਂ ਕਿਹਾ ਸੀ ਵੀ ਮੇਰੇ ਗੋਬਿੰਦ ਰਾਏ ਦੁੱਧ ਪੀਓ ਮੇਰੇ ਗੋਬਿੰਦ ਰਾਏ, ਤਾਂ ਵਾਹਿਗੁਰੂ ਨੇ ਪ੍ਰਗਟ ਹੋ ਕਰਕੇ, ਭਾਵੇਂ ਨਿਜਮ ਨਹੀਂ ਸੀ, ਫਿਰ ਵੀ ਵਾਹਿਗੁਰੂ ਨੇ ਸਰੂਪ ਬਣਾ ਕੇ ਨਾਮਦੇਵ ਜੀ ਦਾ ਦੁੱਧ ਛਕਿਆ। ਭਗਤ ਤਰਲੋਚਨ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਸੋਚਦੇ ਆਉਂਦੇ ਨੇ ਵੀ ਮੈਂ ਨਾਮਦੇਵ ਉਹਦੇ ਨਾਲ ਸਾਂਝ ਵੀ ਹੈ, ਮਿੱਤਰ ਹੈ ਮੇਰਾ, ਤੇ ਉਹਨੂੰ ਕਹਾਂ ਵੀ ਜਿਵੇਂ ਤੈਨੂੰ ਦਰਸ਼ਨ ਹੋਏ ਨੇ ਮੈਨੂੰ ਵੀ ਮਾਲਕ ਦੇ ਦਰਸ਼ਨ ਕਰਾ ਦੇ। ਕਬੀਰ ਜੀ ਨੇ ਵੀ ਇਹਦਾ ਜ਼ਿਕਰ ਕੀਤਾ। ਜਦੋਂ ਆਏ ਤਰਲੋਚਨ ਜੀ ਵੇਖਿਆ ਨਾਮਦੇਵ ਜੀ ਆਪਣਾ ਕੱਪੜੇ ਦਾ ਕੰਮ ਕਰ ਰਹੇ ਸਨ, ਆਉਂਦਿਆਂ ਨੂੰ ਵੇਖ ਕਰਕੇ ਮਨ ਜਿਹਾ ਟੁੱਟ ਗਿਆ ਵੀ ਸਾਰੇ ਕਹਿੰਦੇ ਨਾਮਦੇਵ ਨੂੰ ਦਰਸ਼ਨ ਹੋਏ, ਤਾਂ ਧੰਦਿਆਂ 'ਚ ਲੱਗਾ ਹੈ। ਤਾਂ ਉਦੋਂ ਉਹਨਾਂ ਨੇ ਬਚਨ ਕਿਹਾ ਸੀ, ਨਾਮਾ ਮਾਇਆ ਮੋਹਿਆ ਕਹੈ ਤਰਲੋਚਨ ਮੀਤ, ਕਾਹੇ ਸ਼ੀਪੇ ਸ਼ਾਇਲੋ ਰਾਮ ਨਾ ਲਾਭੋ ਚੀਤ। ਕਹਿਣ ਲੱਗੇ ਵੀ ਹੇ ਨਾਮਦੇਵ ਮੈਂ ਤਾਂ ਆਇਆ ਸੀ ਵੀ ਤੂੰ ਤਾਂ ਬੰਦਗੀ ਕਰ ਰਿਹਾ ਹੂੰ। ਉਹਨੇ ਸੋਚਿਆ ਵੀ ਚੌਂਕੜਾ ਮਾਰ ਕੇ ਬੈਠਾ ਹੋਊ, ਮਾਲਾ ਫੜੀ ਹੋਊ, ਮਣਕੇ ਦੇ ਮਣਕਾ ਸਿੱਟ ਰਿਹਾ ਹੋਊਗਾ, ਪਰ ਤੂੰ ਤਾਂ ਕਹਿੰਦੇ ਵੀ ਘਰ ਦੇ ਕੰਮ ਕਰ ਰਿਹਾ, ਆਪਣਾ ਚਿੱਤ ਕਿਉਂ ਨਹੀਂ ਕਹਿੰਦੇ ਪਰਮੇਸ਼ਰ ਦੇ ਵਿੱਚ ਲਾ ਰਿਹਾ, ਤੂੰ ਤਾਂ ਆਪਣੇ ਕੱਪੜੇ ਬਣਾਉਣ ਦਾ ਠੇਲਣ ਦਾ ਕੰਮ ਕਰ ਰਿਹਾ ਹਾਂ।
ਤਾਂ ਭਗਤ ਨਾਮਦੇਵ ਜੀ ਨੇ ਕਿਹਾ ਸੀ, ਨਾਮਾ ਕਹੇ ਤਲੋਚਨਾ ਮੁਖ ਤੇ RAM ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕਹਿੰਦੇ ਜੇ ਰੱਬ ਨੂੰ ਮਿਲਣਾ ਹੀ ਤਾਂ ਚਿੱਤ ਨਿਰੰਜਨ ਨਾਲ ਲਾਉਣਾ ਹੈ, ਹੱਥਾਂ ਪੈਰਾਂ ਦੇ ਨਾਲ ਭਾਵੇਂ ਆਪਣੀ ਕਿਰਤ ਕਰੀ ਜਾ, ਹੱਥਾਂ ਦੇ ਨਾਲ ਕਿਰਤ ਕਰ, ਕਿਉਂਕਿ ਮੰਗ ਕੇ ਖਾਣ ਨਾਲੋਂ ਕਿਰਤ ਕਰਨੀ ਚੰਗੀ ਹੈ ਨਾ। ਖਾਵੇਂਗਾ ਤੇ ਜ਼ਰੂਰ, ਬੰਦਾ ਖਾਂਦਾ ਤੇ ਜ਼ਰੂਰ ਹੈ, ਖਾ ਕੇ ਤਾਂ ਸੌਣਾ ਹੀ ਹੈ। ਇੱਕ ਦਿਨ ਨਾ ਮਿਲੂਗਾ, ਦੂਜੇ ਦਿਨ ਕੋਸ਼ਿਸ਼ ਜ਼ਿਆਦੀ ਤੋਂ ਜ਼ਿਆਦੀ ਕਰੂਗਾ। ਜੇ ਕਿਰਤ ਕਰਕੇ ਨਹੀਂ ਖਾਏਗਾ ਫਿਰ ਮੰਗ ਕੇ ਖਾਏਗਾ, ਮੰਗਿਆ ਨਾ ਕੋਈ ਦਊਗਾ ਫਿਰ ਖੋ ਕੇ ਖਾਏਗਾ, ਖੋ ਕੇ ਖਾਏਗਾ ਫਿਰ ਕਲੇਸ਼ ਪੈਦਾ ਹੋਣਗੇ। ਖਾਣਾ ਤੇ ਹੈ ਹੀ ਹੈ ਨਾ ਜਿੰਨਾ ਚਿਰ ਜਿਉਂਦਾ ਹੈ। ਇਸ ਕਰਕੇ ਭਗਤ ਨਾਮਦੇਵ ਜੀ ਕਹਿੰਦੇ, ਨਾਮਾ ਕਹੇ ਤਲੋਚਨਾ, ਜੇ ਰੱਬ ਨੂੰ ਮਿਲਣਾ ਹੀ ਉਹ ਭਗਤ ਹੈ ਮਿੱਤਰ ਤਲੋਚਨ, ਮੁਖ ਤੇ RAM ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਹੱਥਾਂ ਪੈਰਾਂ ਨੂੰ ਕੰਮ ਵੱਲ ਲਾ ਕੇ ਤੇ ਕਹਿੰਦੇ ਵੀ ਆਪਣਾ ਚਿੱਤ ਨਿਰੰਜਨ ਦੇ ਵੱਲ ਲਾ, ਹੱਥ ਕਾਰ ਵੱਲ ਚਿੱਤ ਜਾਰ ਵੱਲ। ਕਹਿੰਦੇ ਹੱਥ ਕੰਮ ਵੱਲ ਲੱਗੇ ਹੋਣ ਤੇ ਚਿੱਤ ਸੱਜਣ ਪਰਮੇਸ਼ਰ ਵੱਲ ਲੱਗਾ ਹੋਵੇ। ਇੱਦਾਂ ਜੁਗਤੀਆਂ ਦੱਸ ਕੇ ਫਿਰ ਤਰਲੋਚਨ ਜੀ ਨੂੰ ਵਾਹਿਗੁਰੂ ਦੇ ਨਾਲ ਮਿਲਾਇਆ। ਤੇ ਇਸ ਵੇਲੇ ਉਸ ਭਗਤ ਤਰਲੋਚਨ ਜੀ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਇਹ ਸਹਾਈ ਹੁੰਦੇ ਨੇ ਸੰਤ, ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਾਉਣ ਦੇ, ਉਹਦਾ ਪ੍ਰੇਮ ਲਾਉਣ ਦੇ। ਤੇ ਪੰਚਮ ਪਾਤਸ਼ਾਹ ਕਹਿੰਦੇ ਸੰਤ ਸਹਾਈ ਰਾਮ ਕੇ, ਰਾਮ ਵਾਹਿਗੁਰੂ ਦੇ ਮਿਲਾਉਣ ਦੇ, ਪ੍ਰੇਮ ਲਾਉਣ ਦੇ ਸੰਤ ਨਾਮ ਜਪਣ ਵਾਲੇ ਮਦਦਗਾਰ ਹੁੰਦੇ ਹਨ। ਹਰ ਕਿਰਪਾ ਦਿਆ ਮਿਲਾਏ, ਉਹਨਾਂ ਨੇ ਕਿਰਪਾ ਕਰਕੇ ਮਹਾਂਪੁਰਖਾਂ ਨੇ, ਸੰਤਾਂ ਨੇ ਬਹੁਤ ਹੀ ਜਗਿਆਸੂਆਂ ਨੂੰ ਪਰਮੇਸ਼ਰ ਦੇ ਨਾਲ ਮੇਲ ਦਿੱਤਾ ਹੈ। ਮੈਨੂੰ ਵੀ ਵਾਹਿਗੁਰੂ ਨਾਲ ਮੇਲੇ ਆਏ, ਅਨੇਕਾਂ ਹੀ ਜਿਹੜੇ ਉਹਨਾਂ ਦੀ ਸ਼ਰਨ ਆਏ ਨੇ ਉਹ ਮੇਲ ਦਿੱਤੇ ਹਨ। ਸੇਜ ਸੁਹਾਵੀ ਸਰਬ ਸੁਖ, ਤੇ ਜਿਨ੍ਹਾਂ ਨੂੰ ਪਰਮੇਸ਼ਰ ਮਿਲ ਗਿਆ ਨਾ, ਜਿਵੇਂ ਜੋ ਪਤੀ ਵਰਤਾ ਔਰਤ, ਜਦੋਂ ਉਹਨੂੰ ਪਤੀ ਦਾ ਮਿਲਾਪ ਹੋ ਜਾਵੇ, ਪ੍ਰਦੇਸ਼ ਗਿਆ ਪਤੀ ਵਾਪਸ ਆਵੇ, ਉਹਨੂੰ ਸਾਰਾ ਕੁਝ ਫਿਰ ਚੰਗਾ ਲੱਗਦਾ ਹੈ। ਪਹਿਲਾਂ ਸੋਹਣੀਆਂ ਸੇਜਾਂ, ਕੱਪੜੇ, ਘਰ-ਬਾਰ ਕੁਝ ਸਿਖਾਉਂਦਾ ਨਹੀਂ ਹੈ, ਪਰ ਪਤੀ ਵਰਤਾ ਆਪਣੇ ਪਤੀ ਦੇ ਉੱਪਰ, ਪਤੀ ਵਰਤਾ ਧਰਮ ਵਿੱਚ ਕਾਇਮ ਜਿਹੜੀ ਨੇਕ ਆਚਰਣ ਵਾਲੀ ਇਸਤਰੀ ਹੈ, ਜਦੋਂ ਪ੍ਰਦੇਸ਼ੋਂ ਉਹਦਾ ਪਤੀ ਵਾਪਸ ਆਵੇ ਉਹਨੂੰ ਸਭ ਕੁਝ ਹੀ ਸੁਹਾਵਣਾ ਲੱਗਦਾ। ਸੇਜਾ ਵੀ ਸੁਖਦਾਈ, ਕੱਪੜੇ ਪਹਿਣੇ, ਬਸਤਰ, ਭੋਜਨ ਛਕਣਾ, ਸਾਰਾ ਕੁਝ ਹੀ ਉਹਨੂੰ ਸਿਖਾਉਣ ਲੱਗ ਪੈਂਦਾ ਹੈ। ਐਵੇਂ ਹੀ ਜਿਹੜੀ ਜੀਵ ਇਸਤਰੀ ਹੈ, ਪਤੀ ਪਰਮੇਸ਼ਰ ਤੋਂ ਬਗੈਰ ਭਾਵੇਂ ਜਿੰਨਾ ਮਰਜ਼ੀ ਬੰਦਗੀ ਵੱਲ ਲੱਗੇ ਸੀ, ਸਿਮਰਨ ਹੈ, ਪਰ ਜਿੰਨਾ ਚਿਰ ਮਾਲਕ ਦੇ ਦਰਸ਼ਨ ਨਹੀਂ ਉਹਨਾਂ ਚਿਰ ਦੁਖੀ ਹੁੰਦੇ ਸੀ ਅੰਦਰੋਂ, ਵੀ ਇੰਨਾ ਚਿਰ ਹੋ ਗਿਆ ਮਿਹਨਤ ਕਰਦੇ ਆ, ਕਮਾਈ ਕਰਦੇ ਆ, ਪਰ ਵਾਹਿਗੁਰੂ ਦੇ ਦਰਸ਼ਨ ਨਹੀਂ ਹੋਏ। ਜਿਵੇਂ ਬਾਬਾ ਫਰੀਦ ਜੀ ਦੇ ਸ਼ਲੋਕ ਜਦੋਂ ਪੜ੍ਹੀਏ, ਉੱਥੋਂ ਕਈ ਵਾਰ ਇਹ ਬਚਨ ਪ੍ਰਾਪਤ ਹੁੰਦੇ ਨੇ, ਪਤਾ ਲੱਗਦਾ ਹੈ ਵੀ ਬੜੀ ਕਮਾਈ ਕੀਤੀ ਉਹਨਾਂ, ਤੇ ਜਿੰਨਾ ਚਿਰ ਦਰਸ਼ਨ ਨਹੀਂ ਹੋਏ ਉਹਨਾਂ ਚਿਰ ਵਿਰਾਗ ਦੇ ਵਿੱਚ ਕਹਿੰਦੇ ਰਹੇ ਵੀ ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ ਕੇ, ਸੱਚੇ ਪਾਤਸ਼ਾਹ ਵੇਖ ਆਈ ਸਾਡਾ ਜੀਵਣਾ ਤੇਰੇ ਤੋਂ ਬਿਨਾਂ। ਸੋ ਇੱਦਾਂ ਦੇ ਉਹਨਾਂ ਦੇ ਬਚਨ ਪੜ੍ਹਨ ਨੂੰ ਮਿਲਦੇ ਨੇ। ਐਵੇਂ ਹੀ ਭਾਵੇਂ ਕੋਈ ਜਿੰਨਾ ਮਰਜ਼ੀ ਭਗਤੀ ਕਰੇ, ਬੰਦਗੀ ਕਰੇ, ਜਿੰਨਾ ਚਿਰ ਮਾਲਕ ਮਿਲਿਆ ਨਹੀਂ ਹੈ ਉਹਦੇ ਅੰਦਰ ਦੁੱਖ ਬਣਿਆ ਰਹਿੰਦਾ ਹੈ। ਪਰ ਹੁਣ ਜਿਹਨੂੰ ਪਰਮੇਸ਼ਰ ਮਿਲਾਤਾ ਪ੍ਰੇਮ ਲਾ ਕੇ ਸੰਤਾਂ ਨੇ, ਉਹ ਜਗਿਆਸੂ ਇਸਤਰੀ ਦੇ ਲਈ ਸੇਜ ਸੁਹਾਵੀ, ਉਹਦੀ ਅੰਤःਕਰਨ ਰੂਪੀ ਸੇਜਾਂ ਸੋਭਨੀਕ ਹੋ ਗਈ ਹੈ, ਜਿੱਥੇ ਪਤੀ ਪਰਮੇਸ਼ਰ ਜੀ ਆ ਕੇ ਵਸ ਗਏ ਹਨ। ਜਿਵੇਂ ਸੋਹਣੀ ਸੇਜ ਦੇ ਵਾਸਤੇ ਜਿਵੇਂ ਮੰਜੇ ਦੇ ਪਾਵੇ ਹੁੰਦੇ ਆ, ਉੱਤੇ ਵਿਛਾਈਆਂ ਸਰਹਾਣਾ ਤਲਾਈਆਂ ਹੁੰਦੀਆਂ, ਐਵੇਂ ਅੰਤःਕਰਨ ਰੂਪੀ ਸੇਜਾ ਦੇ ਵਿੱਚ ਸ਼ੁਭ ਗੁਣ ਜਿਹੜੇ ਆ ਗਏ ਹਨ, ਪ੍ਰੇਮ ਆ ਗਿਆ ਹੈ, ਵਾਹਿਗੁਰੂ ਦੀ ਲਗਨ ਜਾਗ ਪਈ, ਇਹੀ ਸੋਹਣੀ ਵਿਛਾਈ ਹੋਈ ਹੈ, ਨਿਮਰਤਾ ਆ ਗਈ ਹੈ, ਹੰਕਾਰ ਤੋਂ ਰਹਿਤ ਹੋ ਗਏ ਸਰਹਾਣਾ। ਕਹਿੰਦੇ ਵੀ ਇਸ ਤਰ੍ਹਾਂ ਅੰਤःਕਰਨ ਰੂਪੀ ਸੇਜਾ ਸੋਭਨੀਕ ਹੋ ਗਈ ਹੈ। ਤੇ ਸਰਬ ਸੁਖ, ਜਿੰਨੇ ਵੀ ਸੁਖ ਸਨ ਆਤਮਿਕ ਸੁਖ ਦੇ ਮਿਲਣ ਕਰਕੇ ਉਹ ਸਾਰੇ ਹੀ ਸੁਖ ਪ੍ਰਾਪਤ ਹੋ ਗਏ ਹਨ। ਹੁਣ ਦੁੱਖਾਂ ਨਾਹੀ ਜਾਏ, ਹੁਣ ਦੁੱਖਾਂ ਨੂੰ ਕੋਈ ਜਗ੍ਹਾ ਹੀ ਨਹੀਂ ਰਹਿ ਗਈ, ਦੁੱਖਾਂ ਦੇ ਰਹਿਣ ਨੂੰ ਕੋਈ ਥਾਂ ਹੀ ਨਹੀਂ ਰਹਿ ਗਈ, ਕਿਉਂਕਿ ਦੁੱਖ ਰੋਗ ਕਾ ਡੇਰਾ ਭੰਨਾ। ਜਿਹੜਾ ਡੇਰਾ ਲਾਇਆ ਸੀ ਨਾ ਦੁੱਖਾਂ ਨੇ, ਹਉਮੈ ਆਦਿਕ ਰੋਗਾਂ ਨੇ, ਉਹ ਅਗਿਆਨ ਡੇਰਾ ਸੀ।
ਜਿੱਥੇ ਕੋਈ ਰਿਹਾਇਸ਼ ਕਰਕੇ ਰਹਿਣ ਲੱਗ ਪਏ, ਬਾਹਰੋਂ ਆ ਕੇ ਉਹਨੂੰ ਕਹਿੰਦੇ ਨੇ ਵੀ ਇਹਨੇ ਡੇਰਾ ਲਾਇਆ ਹੈ, ਫਿਰ ਉੱਥੇ ਹੀ ਰਹਿਣ ਲੱਗ ਪਏ। ਇਸੇ ਤਰ੍ਹਾਂ ਅਗਿਆਨ ਦਾ ਡੇਰਾ ਹੈ ਸਾਡੇ ਅੰਦਰ, ਭਾਵ ਅਗਿਆਨ ਹੈ, ਤੇ ਜਿੱਥੇ ਅਗਿਆਨ ਦਾ ਡੇਰਾ ਹੈ ਉੱਥੇ ਦੁੱਖ ਆਪੇ ਹੀ ਆ ਜਾਂਦੇ ਹਨ। ਤੇ ਸਤਿਗੁਰੂ ਸਾਹਿਬ ਜੀ ਨੇ ਇੱਥੇ ਤਾਈਓ ਕਿਹਾ ਨਾ, ਪੰਚਮ ਪਾਤਸ਼ਾਹ ਨੇ, ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਦਾ ਡੇਰਾ ਭੰਨਾ। ਦੁੱਖਾਂ ਰੋਗਾਂ ਦਾ ਡੇਰਾ ਨਾਸ਼ ਕਰਤਾ। ਜਿਵੇਂ ਕਿਸੇ ਕੋ ਕਬਜ਼ਾ ਛੁਡਾ ਲਈਦਾ ਨਾ, ਉਹਦਾ ਢਾਹ ਢੋ ਕੇ ਸਭ ਕੋ ਉਠਾ ਦੇਈਦਾ। ਮਹਾਰਾਜ ਸਾਹਿਬ ਕਹਿੰਦੇ ਮਾਲਕ ਨੇ ਐਸੀ ਕਿਰਪਾ ਕੀਤੀ ਵੀ ਅਗਿਆਨ ਨੇ ਕਬਜ਼ਾ ਕੀਤਾ ਸੀ ਅੰਦਰ ਆ ਕੇ, ਹੈ ਨਹੀਂ ਸੀ ਇਹਦੀ ਥਾਂ ਤਾਂ ਸੀ ਮਾਲਕ ਦੀ, ਪਰ ਅਗਿਆਨ ਸਾਹਮਣੇ ਆ ਗਿਆ, ਇਹਨੇ ਕਬਜ਼ਾ ਕਰ ਲਿਆ। ਲੜਾਈਆਂ ਝਗੜੇ ਕਲੇਸ਼, ਹੁਣ ਮਹਾਰਾਜ ਦੇ ਪ੍ਰਗਟ ਹੋਣ ਦੇ ਨਾਲ ਅਗਿਆਨ ਨਾਸ਼ ਹੋ ਗਿਆ। ਇਹ ਦੁੱਖਾਂ ਦੇ ਰਹਿਣ ਲਈ ਕੋਈ ਜਗ੍ਹਾ ਹੀ ਨਹੀਂ ਰਹਿ ਗਈ, ਦੁੱਖਾਂ ਦੇ ਰਹਿਣ ਲਈ ਕੋਈ ਥਾਂ ਤਾਂ ਰਹਿ ਹੀ ਨਹੀਂ ਗਈ। ਜਾਂ ਜਾਏ ਨਾਮ ਜਗ੍ਹਾ ਦਾ ਵੀ ਹੈ ਤੇ ਜਾਏ ਨਾਮ ਪੈਦਾ ਹੋਣ ਦਾ ਵੀ ਦੁੱਖ ਹੁਣ ਅੰਦਰ ਉਹਦੇ ਪੈਦਾ ਹੀ ਨਹੀਂ ਹੁੰਦੇ ਜਿਨ੍ਹਾਂ ਨੂੰ ਮਾਲਕ ਮਿਲਿਆ ਹੈ। ਇਸ਼ ਪੁੰਨੀ ਵੱਡ ਭਾਗਣੀ, ਉਹ ਵੱਡੇ ਭਾਗਾਂ ਵਾਲੀਆਂ ਜੀਵ ਇਸਤਰੀਆਂ ਦੀ ਇੱਛਾ ਪੂਰੀ ਹੋ ਗਈ ਹੈ। ਸਭ ਇੱਛਾਵਾਂ ਸਭ ਮਨੋਰਥ ਪੂਰੇ ਹੋ ਗਏ ਹਨ। ਵੱਡੇ ਭਾਗ ਹਨ ਉਹਨਾਂ ਗੁਰਮੁਖਾਂ ਦੇ। ਵਰ ਪਾਇਆ ਹਰ ਰਾਏ, ਆ ਸਭ ਤੋਂ ਵੱਡੀ ਇੱਛਾ ਕਿਹੜੀ ਸੀ ਵੀ ਜੋ ਹਰੀ ਰਾਜਾ ਰੂਪ ਰਾਏ ਪ੍ਰਕਾਸ਼ ਰੂਪ ਮਾਲਕ ਉਹਨੂੰ ਪਤੀ ਨੂੰ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਹੈ। ਅਕਾਲ ਮੂਰਤ ਵਰ ਪਾਇਆ ਬਨਾਸੀ, ਨਾ ਕਦੇ ਮਰੇ ਨਾ ਜਾਇਆ। ਕਹਿੰਦੇ ਨਾ ਮਰਦਾ ਨਾ ਕਿਤੇ ਜਾਂਦਾ, ਉਹਨੂੰ ਵਰ ਰੂਪ ਦੇ ਵਿੱਚ ਆਪਣੇ ਸਿਰ ਦੇ ਸਾਈਂ ਦੇ ਰੂਪ ਦੇ ਵਿੱਚ ਜਿਸ ਜਗਿਆਸੂ ਜੀਵ ਇਸਤਰੀ ਨੇ ਪ੍ਰਾਪਤ ਕਰ ਲਿਆ, ਉਹਦੀਆਂ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ। ਭਾਵ ਗੁਰਮੁਖ ਵੱਡੇ ਭਾਗਾਂ ਵਾਲੇ ਨੇ, ਉਹ ਜੀਵ ਧਨਤਾ ਦੇ ਯੋਗ ਹਨ ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਮਿਲ ਗਿਆ ਹੈ। ਮੇਰ ਸਹੀਆ ਮੰਗਲ ਗਾਵਹੀ। ਇਸ ਤਰ੍ਹਾਂ ਹੁੰਦਾ ਸੀ ਵੀ ਜਿਵੇਂ ਰਾਜੇ ਦੀਆਂ ਕਈ ਰਾਣੀਆਂ ਹੁੰਦੀਆਂ ਸਨ, ਤੇ ਰਾਜਾ ਜਿਸ ਸਮੇਂ ਜਿਹੜੀ ਰਾਣੀ ਦੇ ਘਰੇ ਰਹਿਣ ਚਲਿਆ ਜਾਂਦਾ, ਉਹ ਆਪਣੀਆਂ ਸਖੀਆਂ ਨਾਲ ਮਿਲ ਕੇ ਤੇ ਖੁਸ਼ੀ ਦੇ ਗੀਤ ਗਾਉਂਦੀਆਂ ਹੁੰਦੀਆਂ ਸਨ ਵੀ ਅੱਜ ਰਾਜਾ ਜਿਹੜਾ ਹੈ ਇਹ ਸੇਵਾ ਦਾ ਮੌਕਾ ਦੇਵੇਗਾ। ਇਸੇ ਤਰ੍ਹਾਂ ਰਾਜਾ ਕੌਣ ਹੈ? ਪਰਮੇਸ਼ਰ। ਰਾਣੀਆਂ ਕੌਣ ਹੈ? ਆਪਾਂ ਜਿੰਨੇ ਵੀ ਜੀਵ ਹਾਂ ਇਹ ਪਰਮੇਸ਼ਰ ਦੀਆਂ ਸਮਝੋ ਰਾਣੀਆਂ ਨੇ। ਤੇ ਜਿਨ੍ਹਾਂ ਨੂੰ ਆ ਕੇ ਉਹ ਪ੍ਰਾਪਤ ਹੋ ਗਿਆ, ਭਾਵ ਜਿਨ੍ਹਾਂ ਦੇ ਅੰਦਰ ਆ ਕੇ ਵਸ ਗਿਆ ਪ੍ਰਗਟ ਰੂਪ ਦੇ ਵਿੱਚ, ਫਿਰ ਉਹ ਜਗਿਆਸੂ ਸਖੀਆਂ ਨਾਲ ਮਿਲ ਕੇ ਖੁਸ਼ੀ ਦੇ ਗੀਤ ਗਾਉਂਦੇ ਹਨ। ਆਪਣੀਆਂ ਸਹੇਲੀਆਂ ਕਿਹੜੀਆਂ ਨੇ? ਜੋ ਸਤ ਸੰਗਤ ਰੂਪ ਵਿੱਚ ਆਪਾਂ ਬੈਠੇ ਹਾਂ, ਇਹੀ ਸਤ ਸੰਗਣ ਰੂਪੀ ਸਹੇਲੀਆਂ ਹਨ। ਇਹਨਾਂ ਦੇ ਨਾਲ ਮਿਲ ਕਰਕੇ ਮਿਲ ਸਹੀਆ ਸਖੀਆਂ ਸਹੇਲੀਆਂ ਭਾਵ ਸਤ ਸੰਗੀਆਂ ਨਾਲ ਮਿਲ ਕੇ ਉਹ ਫਿਰ ਮੰਗਲ ਗਾਵਹੀ। ਮੰਗਲ ਹੁੰਦੇ ਖੁਸ਼ੀ ਦੇ ਸਮੇਂ ਦੇ ਗੀਤ, ਭਾਵ ਕਿ ਮੰਗਲਾਚਾਰ ਪਰਮੇਸ਼ਰ ਦੇ ਪ੍ਰਗਟ ਹੋਣ ਦੀਆਂ ਖੁਸ਼ੀਆਂ ਦੇ ਗੀਤ ਗਾਵਹੀ ਗਾਉਂਦੇ ਹਨ। ਜਾਂ ਸਖੀਆਂ ਜਿਵੇਂ ਜਗਿਆਸੂ ਇਸਤਰੀਆਂ ਨੇ ਸਤ ਸੰਗਣਾ, ਇਵੇਂ ਜਿਹੜੀਆਂ ਇੰਦਰੀਆਂ ਨੇ ਇਹਨਾਂ ਨੂੰ ਵੀ ਸਹੀਆਂ ਕਿਹਾ ਹੈ। ਕਿਉਂਕਿ ਪਹਿਲਾਂ ਕੰਨ ਕੁਝ ਸੁਣਨਾ ਚਾਹੁੰਦੇ ਸਨ, ਭੈੜਾ ਅੱਖਾਂ ਭੈੜਾ ਵੇਖਣਾ ਚਾਹੁੰਦੀਆਂ ਸੀ, ਜ਼ੁਬਾਨ ਨੂੰ ਭੈੜਾ ਚਸਕਾ ਸੀ। ਇਹ ਹੁਣ ਇੰਦਰੀਆਂ ਵੀ ਕਹਿੰਦੇ ਵੀ ਸੁਧਰ ਗਈਆਂ ਨੇ। ਅੱਖਾਂ ਹੁਣ ਦਰਸ਼ਨ ਕਰਨਾ ਚਾਹੁੰਦੀਆਂ, ਕੰਨ ਨਾਮ ਸੁਣਦੇ ਨੇ, ਜ਼ੁਬਾਨ ਨਾਮ ਜਪਦੀ ਹੈ। ਇਵੇਂ ਇਹ ਇੰਦਰੀਆਂ ਰੂਪੀ ਸਖੀਆਂ ਵੀ ਹੁਣ ਮਿਲ ਗਈਆਂ ਨੇ ਸਾਰੀਆਂ, ਤੇ ਪਰਮੇਸ਼ਰ ਦੇ ਗੁਰ ਖੁਸ਼ੀ ਦੇ ਗੀਤ ਜਸਦਾਇਕ ਗੀਤ ਗਾਉਂਦੀਆਂ ਹਨ। ਗੀਤ ਗੋਵਿੰਦ ਅਲਾਏ, ਅਤੇ ਅਲਾਏ ਨਾਮ ਹੁੰਦਾ ਅਲਾਪ ਕਰਨ ਦਾ। ਫਿਰ ਰਾਗਾਂ ਦੇ ਵਿੱਚ ਅਲਾਪ ਕਰਕੇ ਵੀ ਵਾਹਿਗੁਰੂ ਦੇ ਗੁਣਾਂ ਦੇ ਗੀਤ ਭਾਵ ਗੁਰਬਾਣੀ ਨੂੰ ਗਾਉਂਦੇ ਹਨ ਮਿਲ ਕੇ ਗੁਰਮੁਖ ਪਿਆਰੇ। ਹਰ ਜਿਹਾ ਵਰਨ ਦਿਸਈ, ਜਿਹੜੇ ਗੀਤ ਗਾਉਣੇ ਗੁਣਾਂ ਦਾ ਅਲਾਪ ਕਰਨਾ, ਪਹਿਲਾਂ ਤਾਂ ਬੇਨਤੀਆਂ ਕਰਦੇ ਹੁੰਦੇ ਸਨ। ਉਹ ਬੇਨਤੀਆਂ ਇਹ ਕਰਦੇ ਸੀ ਵੀ ਦਰਸ਼ਨ ਪਿਆਸੀ ਦਿਨ ਰਾਤ ਚਿਤੋਂ ਅਨ ਦਿਨ ਨੀਤ, ਵੀ ਮਹਾਰਾਜ ਤੁਹਾਡੇ ਦਰਸ਼ਨਾਂ ਦੀ ਇੱਛਾ ਹੈ, ਰੋਜ਼ ਹੀ ਅਸੀਂ ਤੁਹਾਨੂੰ ਬੇਨਤੀਆਂ ਕਰਦੇ ਹਾਂ ਵੀ ਦਰਸ਼ਨ ਦਿਓ। ਹੁਣ ਜਦੋਂ ਪ੍ਰਾਪਤ ਹੋ ਗਿਆ ਹੈ ਮਾਲਕ, ਤਾਂ ਹੁਣ ਕਹਿੰਦੇ ਹਨ ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਹੁਣ ਇਸ ਤਰ੍ਹਾਂ ਦੀ ਅਵਸਥਾ ਪ੍ਰਾਪਤ ਹੋ ਗਈ ਹੈ ਵੀ ਉਹ ਜੋ ਪਰਮੇਸ਼ਰ ਹੈ ਨਾ, ਉਹ ਘਰ ਦੇ ਵਿੱਚੋਂ ਹੀ ਪ੍ਰਾਪਤ ਹੋ ਗਏ ਨੇ। ਹੁਣ ਮਾਲਕ ਜੀ ਪ੍ਰਾਪਤ ਹੋਏ ਨੇ, ਉਹਨਾਂ ਦੇ ਹਰ ਸੱਜਣ ਜੀ ਆ ਕੇ ਪ੍ਰਗਟ ਗਏ ਹਨ।
ਪ੍ਰਤੱਖ ਸਾਖਿਆਤ ਦਰਸ਼ਨ ਦੇ ਦਿੱਤੇ ਨੇ। ਮਾਲਕ ਦਾ ਸ਼ੁਕਰਾਨਾ ਕਰਦਿਆਂ, ਮਾਲਕ ਦੀ ਮਹਿਮਾ ਕਰਦਿਆਂ ਹੋਇਆਂ ਕਹਿੰਦੇ ਫਿਰ ਪਰਮੇਸ਼ਰ ਦੇ ਗੁਣ ਗਾਉਣ ਲੱਗ ਪੈਂਦੇ ਹਨ। ਕੋਈ ਦੂਜਾ ਲਵੈ ਨ ਲਾਏ, ਸ਼ੁਰੂ ਤੋਂ ਪੜੋ। ਹਰ ਜਿਹਾ ਵਰ ਨ ਦਿਸਈ। ਉਹਨਾਂ ਦੀ ਅਵਸਥਾ ਐਸੀ ਬਣ ਗਈ ਹੈ ਜੋ ਪਰਮੇਸ਼ਰ ਦੇ ਮਹਿਮਾ ਵਡਿਆਈ ਦੇ ਬਚਨ ਕਰਦੇ ਨੇ ਗੁਰਮੁਖ, ਉਹਨਾਂ ਨੂੰ ਹਰੀਪਤੀ ਪਰਮੇਸ਼ਰ ਤੋਂ ਬਗੈਰ ਅਵਰ ਹੋਰ ਕੋਈ ਉਹਦੇ ਵਰਗਾ ਨਹੀਂ ਦਿਖਦਾ। ਉਹਨਾਂ ਦੀ ਬਿਰਤੀ ਕਿਸੇ ਦੇਵੀ ਦੇਵਤੇ ਨੇ ਨਹੀਂ ਠਹਿਰਦੀ, ਉਹ ਮਾਲਕ ਦੇ ਬਰਾਬਰ ਹੈ ਹੀ ਨਹੀਂ। ਉਹਨਾਂ ਦੀ ਬਿਰਤੀ ਜਿਹੜੀ ਹੈ ਕਿਸੇ ਮਾਇਆ ਧਾਰੀ ਤੇ ਨਹੀਂ ਠਹਿਰਦੀ। ਉਹਨਾਂ ਦੀ ਬਿਰਤੀ ਜਿਨ੍ਹਾਂ ਦੀ ਪਰਮੇਸ਼ਰ ਤੇ ਠਹਿਰ ਗਈ ਹੈ ਨਾ, ਹਰੀ ਪਰਮੇਸ਼ਰ ਦੇ ਬਰਾਬਰ ਉਸ ਵਾਹਿਗੁਰੂ ਵਰਗਾ ਉਹਨਾਂ ਨੂੰ ਹੋਰ ਕੋਈ ਦੂਜਾ ਦਿਖਦਾ ਹੀ ਨਹੀਂ ਹੈ। ਪਲਤ ਪਲਤ ਸਵਾਰਿਆ, ਕੋਈ ਦੂਜਾ ਲਵੈ ਨਾ ਲਾਏ ਤੇ ਕੋਈ ਦੂਸਰਾ ਲਵੇ ਨਾ ਮੈਂ ਸਦਰਸ ਬਰਾਬਰ, ਕਿਸੇ ਦੇ ਬਰਾਬਰ ਲਾਉਣਾ, ਕਿਸੇ ਦੇ ਬਰਾਬਰ ਖਿਲਾਰ ਦੇਣਾ ਵੀ ਆਹ ਵੇਖੋ ਫਲਾਣੇ ਵਰਗਾ ਹੈ। ਕਹਿੰਦੇ ਵੀ ਉਹ ਵਾਹਿਗੁਰੂ ਦੇ ਬਰਾਬਰ ਕਿਸੇ ਨੂੰ ਲਵੇ ਲਾਉਂਦੇ ਹੀ ਨਹੀਂ, ਉਹਦੇ ਸਦਰਸ਼ ਹੈ ਹੀ ਕੋਈ ਨਹੀਂ। ਮਾਲਕ ਵਰਗਾ ਕੋਈ ਦੂਸਰਾ ਨਹੀਂ ਹੈ। ਜੇ ਕਹੀਏ ਵੀ ਉਹ ਸੂਰਜ ਵਾਂਗ ਪ੍ਰਕਾਸ਼ ਦਾ ਹੈ, ਸੂਰਜ ਤਾਂ ਤਪਦਾ ਵੀ ਹੈ, ਮਾਲਕ ਤਪਦਾ ਨਹੀਂ। ਜੇ ਕਹੀਏ ਚੰਦਰਮਾ ਵਰਗਾ ਸੀਤਲ ਹੈ, ਚੰਦਰਮਾ ਤੇ ਘੜਦਾ ਵਾਧਾ ਵੀ ਹੈ, ਮਾਲਕ ਦੇ ਸਦਾ ਇੱਕ ਰਸ ਹੈ। ਜਿਹਦੇ ਨਾਲ ਵੀ ਉਪਮਾ ਦੇਵਾਂਗੇ ਨਾ ਵੀ ਰੱਬ ਇਹਦੇ ਵਰਗਾ ਹੈ, ਉਹ ਚੀਜ਼ ਦੇ ਵਿੱਚ ਨਿਊਨਤਾ ਹੀ ਆਏਗੀ, ਪਰ ਪਰਮੇਸ਼ਰ ਜਿਹੜਾ ਹੈ ਉਹਦੀ ਬਰਾਬਰੀ ਨਹੀਂ ਅਸੀਂ ਕਰਾ ਸਕਦੇ। ਤੇ ਉਹ ਗੁਰਮੁਖ ਕਹਿੰਦੇ ਨੇ ਦੂਜਾ ਕੋਈ ਦੂਜਾ ਲਵੈ ਨਾ ਲਾਏ, ਕੋਈ ਦੂਸਰਾ ਉਹ ਪਰਮੇਸ਼ਰ ਦੇ ਬਰਾਬਰ ਲੱਗਦਾ ਹੀ ਨਹੀਂ ਹੈ, ਉਹਦੇ ਬਰਾਬਰ ਕਿਸੇ ਨੂੰ ਕਹਿ ਹੀ ਨਹੀਂ ਸਕਦੇ। ਪਲਤ ਪਲਤ ਸਵਾਰਿਓਨ, ਉਹਨਾਂ ਦਾ ਇਹ ਲੋਕ ਵੀ ਸਵਰ ਗਿਆ, ਪਰਲੋਕ ਵੀ ਸਵਰ ਗਿਆ ਹੈ। ਨੇਚਲ ਦਿੱਤੀਆਂ ਨ ਜਾਏ, ਨੇਚਲ ਅਚਲ ਸੱਚਖੰਡ ਰੂਪੀ ਜਗ੍ਹਾ, ਅਚਲ ਅਵਸਥਾ ਵਿੱਚ ਨਿਵਾਸ ਪਰਮੇਸ਼ਰ ਨੇ ਬਖਸ਼ ਦਿੱਤਾ। ਜਿਨ੍ਹਾਂ ਦੇ ਅੰਦਰ ਮਾਲਕ ਪ੍ਰਗਟ ਹੋਇਆ ਏ, ਉਹਨਾਂ ਦਾ ਲੋਕ ਪਰਲੋਕ ਸਵਰਿਆ ਏ ਤੇ ਉਹ ਅਵਸਥਾ ਵਿੱਚ ਪਹੁੰਚ ਗਏ ਨੇ ਜਿੱਥੇ ਜੰਮਣ ਮਰਨਾ ਨਹੀਂ ਹੁੰਦਾ, ਜੂਨੀਆਂ 'ਚ ਨਹੀਂ ਜਾਣਾ ਹੁੰਦਾ, ਸਦਾ ਵਾਸਤੇ ਅਚਲ ਪਦਵੀ ਨੂੰ। ਜਿਵੇਂ ਅਟਲ ਭਗਤ ਧਰੂ ਜੀ ਜਿਹੜੇ ਨੇ ਹਨ, ਉਹਨਾਂ ਦੇ ਬਾਬਤ ਆਉਂਦਾ ਏ ਵੀ ਧਰੂ ਐਸਾ ਅਟਲ ਹੋਇਆ ਏ ਵੀ ਅਜੂ ਨਾ ਟਰਿਓ, ਹਾਲਾਂ ਵੀ ਨਹੀਂ ਟਲਦਾ, ਭਾਵ ਅਟਲ ਪਦਵੀ ਦੇ ਉੱਤੇ ਸਥਿਤ ਹੈ। ਇਸੇ ਪ੍ਰਕਾਰ ਜਿਨ੍ਹਾਂ ਨੂੰ ਮਹਾਰਾਜ ਨੇ ਅਚਲ ਅਵਸਥਾ, ਸੱਚਖੰਡ ਦਾ ਨਿਵਾਸ, ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ ਦਿੱਤਾ ਹੈ, ਉਹ ਸਦਾ ਹੀ ਅਚਲ ਅਟਲ ਰਹਿੰਦੇ ਹਨ, ਫਿਰ ਜੰਮਣ ਮਰਨ ਵਿੱਚ ਨਹੀਂ ਪੈਂਦੇ। ਸੰਸਾਰ ਸਾਗਰ ਤੇ ਰੱਖਿਆਨ, ਸੰਸਾਰ ਸਾਗਰ ਦੇ ਵਿੱਚੋਂ ਡੁੱਬਣੋਂ ਬਚਾ ਲਿਆ। ਸੰਸਾਰ ਕਹਿੰਦੇ ਨੇ ਜੋ ਸੰਸਿਆਂ ਦਾ ਘਰ, ਨੂੰ ਕਹਿੰਦੇ ਸੰਸਾਰ, ਜਿੱਥੇ ਕੋਈ ਚਿੰਤਾ ਫਿਕਰ ਕੋਈ ਤੋਖਲਾ ਬਣਿਆ ਰਹਿੰਦਾ। ਤੇ ਸਾਗਰ ਜਿਵੇਂ ਸਮੁੰਦਰ 'ਚ ਪਾਣੀ ਹੁੰਦਾ, ਇਵੇਂ ਸੰਸਾਰ ਨੂੰ ਸਮੁੰਦਰ ਤਾਂ ਕਿਹਾ, ਇਹਦੇ ਵਿੱਚ ਪਦਾਰਥਾਂ ਰੂਪੀ ਪਾਣੀ ਹੈ, ਇਹਦੇ ਵਿੱਚ ਵਿਸ਼ੇ ਵਿਕਾਰਾਂ ਦੀਆਂ ਲਹਿਰਾਂ ਉੱਠਦੀਆਂ ਹਨ, ਭਰਮ ਦੀਆਂ ਘੁੰਮਣ ਘੇਰੀਆਂ ਨੇ, ਤ੍ਰਿਸ਼ਨਾ ਦੀ ਬੜਵਾ ਨਾਲ ਅਗਨੀ ਹੈ। ਮਹਾਰਾਜ ਸਾਹਿਬ ਜੀ ਨੇ ਸੰਸਾਰ ਸਮੁੰਦਰ ਦੇ ਵਿੱਚੋਂ ਉਹਨਾਂ ਨੂੰ ਕਹਿੰਦੇ ਬਚਾ ਲਿਆ ਹੈ, ਇਸ ਅੱਗ ਦੇ ਵਿੱਚ ਸੜਨ ਤੋਂ, ਇਹ ਪਦਾਰਥਾਂ ਦੇ ਪਾਣੀ ਦੇ ਵਿੱਚ ਡੁੱਬਣ ਤੋਂ ਵਾਹਿਗੁਰੂ ਨੇ ਬਚਾ ਲਿਆ ਹੈ। ਸੰਸਾਰ ਸਾਗਰ ਤੇ ਰੱਖਿਆ ਨਾ, ਮਹਾਰਾਜ ਨੇ ਰੱਖਿਆ ਕੀਤੀ ਹੈ ਸੰਸਾਰ ਸਮੁੰਦਰ ਵਿੱਚ ਗਰਕ ਹੋਣ ਤੋਂ। ਬਹੁੜੇ ਨਾ ਜਨਮੈ ਧਾਏ, ਬਹੁੜ ਪੁਨਾ ਪੁਨਾ ਨਾ ਉਹ ਜਨਮਦੇ ਨੇ, ਵਾਸ਼ਨਾ ਦੇ ਵਧੇ ਤੇ ਨਾ ਜੂਨੀਆਂ ਵਿੱਚ ਜਾ ਕੇ ਤੇ ਧੱਕੇ ਖਾਂਦੇ, ਨਰਕਾਂ 'ਚ ਫਲ ਭੋਗਣ ਲਈ ਦੌੜ ਕੇ ਨਹੀਂ ਜਾਂਦੇ। ਫਿਰ ਜਿਹਵਾ ਏਕ ਅਨੇਕ ਗੁਣ, ਪੰਚਮ ਪਾਤਸ਼ਾਹ ਕਹਿੰਦੇ ਸਾਡੀ ਜ਼ਬਾਨ ਇੱਕ ਹੈ, ਵਾਹਿਗੁਰੂ ਦੇ ਗੁਣ ਅਨੇਕਾਂ ਹਨ। ਉਹ ਸਮਸਤ ਗੁਣ, ਸੰਪੂਰਨ ਗੁਣ ਪਰਮੇਸ਼ਰ ਦੇ ਕਹੇ ਨਹੀਂ ਜਾ ਸਕਦੇ। ਤਰੇ ਨਾਨਕ ਚਰਣੀ ਪਾਏ, ਪਰ ਇਹ ਗੱਲ ਪੱਕੀ ਹੈ ਵੀ ਜਿਹੜੇ ਉਸ ਮਾਲਕ ਦੇ ਚਰਣੀ ਪੈ ਗਏ ਨੇ, ਉਹੀ ਸੰਸਾਰ ਸਮੁੰਦਰ ਤੋਂ ਤਰਦੇ ਹਨ, ਤਰ ਗਏ ਨੇ, ਜਿਹੜੇ ਮਾਲਕ ਦੇ ਚਰਨਾਂ ਨਾਲ ਲੱਗੇ ਹਨ, ਜਿਹੜੇ ਲੜ ਲੱਗ ਗਏ ਨੇ। ਫਲਗੁਣ ਨਿਤ ਸਲਾਹੀਐ, ਫੱਗਣ ਦੇ ਮਹੀਨੇ ਦੁਆਰਾ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਸਤ ਸੰਤੋਖ ਆਦਿਕ ਗੁਣਾ ਕਰਕੇ ਫਲ ਬ੍ਰਹਮ ਗਿਆਨ ਪ੍ਰਾਪਤ ਹੋਇਆ ਹੈ, ਉਹ ਨੇਤੀ ਪਰਮੇਸ਼ਰ ਵਾਹਿਗੁਰੂ ਨੂੰ ਸਲਾਹੁੰਦੇ ਹਨ, ਉਹਦੀਆਂ ਸਿਫਤਾਂ ਕਰਦੇ ਨੇ। ਸਾਨੂੰ ਵੀ ਫਲ ਗੁਣ ਪ੍ਰਤੱਖ ਫੱਗਣ ਦੇ ਮਹੀਨੇ ਵਿੱਚ
ਜਾਂ ਫਲਗੁਣ ਫੱਗਣ ਦਾ ਮਹੀਨਾ ਮਨੁੱਖਾ ਜਨਮ ਹੈ, ਇਹਦੇ ਵਿੱਚ ਨਿਤ ਹਰ ਰੋਜ਼ ਹੀ ਪਰਮੇਸ਼ਰ ਨੂੰ ਸਲਾਹੁਣਾ ਚਾਹੀਦਾ, ਉਹਦੀਆਂ ਸਿਫਤਾਂ ਕਰਨੀਆਂ ਚਾਹੀਦੀਆਂ ਨੇ। ਜਿਸਨੋ ਤਿਲ ਨ ਤਮਾਏ, ਜਿਸ ਵਾਹਿਗੁਰੂ ਨੂੰ ਤਿਲ ਮਾਤਰ ਵੀ, ਥੋੜੀ ਜਿੰਨੀ ਵੀ ਤਮਾ ਖਾਹਸ਼ ਨਹੀਂ ਹੈ ਕਿਸੇ ਤਰ੍ਹਾਂ ਦੀ ਵੀ, ਕੋਈ ਖਾਹਸ਼ ਨਹੀਂ ਮਾਲਕ ਨੂੰ। ਜਿਹੜਾ ਬੇਖਾਹਸ਼ ਹੈ, ਕਹਿੰਦੇ ਉਸ ਪਰਮੇਸ਼ਰ ਦੀਆਂ ਵਡਿਆਈਆਂ, ਉਸ ਵਾਹਿਗੁਰੂ ਦੇ ਗੁਣ ਸਦਾ ਹੀ ਗਾਉਣੇ ਚਾਹੀਦੇ ਨੇ, ਸਦਾ ਉਹਦੀਆਂ ਸਿਫਤਾਂ ਕਰਨੀਆਂ ਚਾਹੀਦੀਆਂ ਹਨ। ਜਿਨ ਜਿਨ ਨਾਮ ਧਿਆਇਆ, 12 ਮਹੀਨਿਆਂ ਦਾ ਉਪਦੇਸ਼ ਕਹਿ ਕੇ 12 ਮਾਹ ਬਾਣੀ ਦੀ ਸਮਾਪਤੀ ਕਰਦੇ ਨੇ ਮਹਾਰਾਜ। ਤੇ ਜਿਹੜੇ ਗੁਰਸਿੱਖ 12 ਮਾਹ ਪੜ੍ਹਦੇ ਨੇ ਹੁਕਮਨਾਮੇ ਰੂਪ ਦੇ ਵਿੱਚ, ਜਾਂ ਕੋਈ ਕਥਾ ਕਰਦੇ ਹਨ ਜਾਂ ਕੀਰਤਨ ਕਰਦੇ ਨੇ ਇਸ ਮਹੀਨੇ ਦੇ ਸ਼ਬਦ ਦਾ, ਤਾਂ ਇਹ ਜਿਹੜਾ ਅਖੀਰ ਦੇ ਵਿੱਚ ਸਿਧਾਂਤ ਰੂਪੀ ਸ਼ਬਦ ਹੈ, ਨਾਲ ਹੀ ਪੜ੍ਹਨ ਦੀ ਹਦਾਇਤ ਹੈ ਵੀ ਫੱਗਣ ਮਹੀਨੇ ਦੇ ਉਪਦੇਸ਼ ਦੇ ਨਾਲ ਹੀ ਇਹ ਅਖੀਰਲੀ ਪੌੜੀ ਦਾ ਪਾਠ ਕਥਾ 'ਚ ਵੀ ਕਰਨਾ, ਕੀਰਤਨ 'ਚ ਵੀ ਕਰਨਾ, ਹੁਕਮਨਾਮਾ ਲੈਣ ਲੱਗਿਆਂ ਵੀ ਕਰਨਾ ਹੈ। ਜਿਹੜੇ ਨਹੀਂ ਕਰਦੇ ਉਹ ਬੇਸਮਝੀ ਬਸ ਇਹ ਗੁਰਬਾਣੀ ਛੱਡ ਦਿੰਦੇ ਹਨ। ਮਹਾਰਾਜ ਸਿਧਾਂਤ ਕਥਨ ਕਰਦੇ ਨੇ ਹੁਣ 12 ਮਹੀਨਿਆਂ ਦਾ, ਵੀ ਭੁਲੇਖਾ ਨਾ ਰਹਿ ਜੇ ਵੀ ਸੰਗਰਾਂਦ ਵਾਲੇ ਦਿਨ ਆ ਗਏ ਤੇ ਸਾਰਾ ਮਹੀਨਾ ਉਹੀ ਕੁਝ ਹੋਵੇਗਾ। ਕਹਿੰਦੇ ਵੀ ਇਹਨਾਂ 12 ਹੀ ਮਹੀਨਿਆਂ ਦੇ ਵਿੱਚ ਜਿਨ ਜਿਨ ਨਾਮ ਧਿਆਇਆ, ਜਿਨ੍ਹਾਂ ਜਿਨ੍ਹਾਂ ਪੁਰਖਾਂ ਨੇ ਪਰਮੇਸ਼ਰ ਦੇ ਨਾਮ ਨੂੰ ਧਿਆਇਆ, ਜਪਿਆ ਹੈ, ਤਿਨ ਕੇ ਕਾਜ ਸਰੇ, ਉਹਨਾਂ ਦੇ ਕਾਰਜ ਸਵਰ ਗਏ ਨੇ। ਸਭ ਕਾਰਜ ਸਵਰ ਜਾਂਦੇ ਹਨ, ਕੋਈ ਲੋਕ ਪਰਲੋਕ ਦਾ ਕਾਰਜ ਸਾਧ ਸੰਗਤ ਅੜ ਨਹੀਂ ਸਕਦਾ। ਨਾਮ ਤੇ ਜਪਣਾ ਹੀ ਪਊਗਾ। ਇਹ ਜਿਵੇਂ ਕਹਿੰਦੇ ਨਾ ਕਈ ਵੀ ਅਸ਼ਟਾਮ ਤੇ ਲਿਖ ਕੇ ਲੈ ਲਵੋ, ਇਹ ਸਤਿਗੁਰੂ ਦਾ ਬਚਨ ਜਿਹੜਾ ਹੈ ਅਸ਼ਟਾਮ ਤੋਂ ਵੀ ਵੱਧ ਲਿਖ ਕੇ ਲੈਣ ਵਾਲੀ ਗੱਲ ਹੀ ਹੈ ਵੀ ਜਿਨ੍ਹਾਂ ਜਿਨ੍ਹਾਂ ਨਾਮ ਜਪਿਆ, ਜਿਨ੍ਹਾਂ ਜਿਨ੍ਹਾਂ ਅਭਿਆਸ ਕੀਤਾ, ਜਿਨ੍ਹਾਂ ਜਿਨ੍ਹਾਂ ਨੇ ਕਮਾਈ ਕੀਤੀ ਜਾਂ ਕਰਨਗੇ ਜਾਂ ਕਰਦੇ ਹਨ, ਉਹਨਾਂ ਦੇ ਕਾਰਜ ਸਵਰ ਜਾਂਦੇ ਨੇ। ਕੋਈ ਕਾਰਜ ਅੜਦਾ ਹੀ ਨਹੀਂ ਹੈ ਸਿਮਰਨ ਦੇ ਅੱਗੇ, ਬਾਣੀ ਦੇ ਅੱਗੇ। ਤੇ ਪੰਚਮ ਪਾਤਸ਼ਾਹ ਕਹਿੰਦੇ ਪਿਆਰਿਓ 12 ਮਹੀਨਿਆਂ ਦੀ ਨਿਆਈ ਇਸ ਮਨੁੱਖਾ ਜਨਮ ਵਿੱਚ, ਜਾਂ ਪ੍ਰਤੱਖ 12 ਹੀ ਇਹਨਾਂ ਮਹੀਨਿਆਂ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੇ ਵੀ ਪਰਮੇਸ਼ਰ ਦਾ ਨਾਮ ਜਪਿਆ, ਉਹਨਾਂ ਦੇ ਕਾਰਜ ਨਿਪਰੇ ਚੜ ਜਾਂਦੇ ਨੇ। ਧਰਮ ਅਰਥ ਕਾਮ ਮੋਖ ਸਭ ਪਦਾਰਥ ਮਿਲਦੇ ਹਨ। ਹਰ ਗੁਰ ਪੂਰਾ ਆਰਾਧਿਆ, ਹਰ ਗੁਰ ਪੂਰਾ ਆਰਾਧਿਆ, ਜਿਨ੍ਹਾਂ ਨੇ ਹਰੀ ਪਰਮੇਸ਼ਰ ਜੋ ਪੂਰਨ ਹੈ, ਉਹ ਪੂਰਨ ਗੁਰੂ ਦੁਆਰਾ ਉਸ ਹਰੀ ਦਾ ਜਿਨ੍ਹਾਂ ਆਰਾਧਨ ਕੀਤਾ ਹੈ, ਜਾਂ ਹਰ ਗੁਰ ਗੁਰੂ ਸਾਹਿਬ, ਜਾਂ ਜੋ ਗੁਰ ਨਾਮ ਵੱਡੇ ਦਾ ਵੀ ਹੈ, ਸਭ ਤੋਂ ਵੱਡਾ ਜੋ ਹਰੀ ਮਾਲਕ ਪਰਮੇਸ਼ਰ ਹੈ। ਜਿਨ੍ਹਾਂ ਜੀਵਾਂ ਨੇ ਉਸ ਪਰਮੇਸ਼ਰ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਚਿੰਤਨ ਕੀਤਾ, ਆਰਾਧਨ ਕੀਤਾ, ਧਿਆਨ ਜੋੜਿਆ ਹੈ, ਦਰਗਹਿ ਸੱਚ ਖਰੇ, ਉਹ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਸੱਚੇ ਨੇ, ਖਰੇ ਹਨ। ਉਹ ਸੁਰਖਰੂ ਨੇ, ਕਿਸੇ ਤਰ੍ਹਾਂ ਦਾ ਲੇਖਾ ਨਹੀਂ ਦੇਣਾ ਪੈਂਦਾ। ਖਰੇ ਕਹੇ ਜਾਂਦੇ ਨੇ ਵੀ ਆਹ ਖਰਾ ਹੈ, ਇਹ ਸੱਚੇ ਸੁੱਚੇ ਹਨ। ਜਾਂ ਖਰੇ ਅਰਥ ਪੰਜਾਬੀ 'ਚ ਖੜਨ ਨੂੰ ਵੀ ਕਹਿ ਦਿੰਦੇ ਨੇ। ਉਹ ਵਾਹਿਗੁਰੂ ਦੀ ਦਰਗਾਹ ਵਿੱਚ ਸੱਚੇ ਹੋ ਕੇ ਖਲੋਂਦੇ ਨੇ। ਉਹਨਾਂ ਨੂੰ ਉੱਥੇ ਸ਼ਰਮਸ਼ਾਰ ਜਾਂ ਝੂਠਿਆਂ ਨਹੀਂ ਹੋਣਾ ਪੈਂਦਾ। ਜਿਹੜੇ ਪਰਮੇਸ਼ਰ ਦਾ ਆਰਾਧਨ ਕਰਦੇ ਹਨ ਉਹ ਸੁਰਖਰੂ ਹਨ ਸੱਚੇ ਦੀ ਦਰਗਾਹ ਦੇ ਵਿੱਚ। ਸਰਬ ਸੁਖਾਂ ਨਿਧ ਚਰਨ ਹਰ, ਸਾਰੇ ਹੀ ਸੁੱਖਾਂ ਦਾ ਨਿਧ ਖਜ਼ਾਨਾ ਗੁਰੂ ਸਾਹਿਬ ਦੇ ਜਾਂ ਹਰੀ ਪਰਮੇਸ਼ਰ ਦੇ ਚਰਨ ਹਨ। ਭਉਜਲ ਬਿਖਮ ਤਰੇ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਸਭ ਸੁੱਖਾਂ ਦਾ ਖਜ਼ਾਨਾ ਹਰੀ ਮਹਾਰਾਜ ਦੇ ਚਰਨ ਪਰਮੇਸ਼ਰ ਦਾ ਨਾਮ ਵਸ ਗਿਆ ਏ। ਉਹ ਭਉਜਲ ਭੈਦਾਇਕ ਜਲ ਨਾਲ ਭਰੇ ਹੋਏ ਸੰਸਾਰ ਸਮੁੰਦਰ ਦੇ ਵਿੱਚੋਂ ਜਿੱਥੋਂ ਤਰਨਾ ਬੜਾ ਬਿਖਮ ਔਖਾ ਕਠਿਨ ਸੀ, ਉਹ ਮਹਾਰਾਜ ਦੇ ਚਰਨਾਂ ਦੇ ਜਹਾਜ਼ ਤੇ ਚੜ੍ਹ ਕੇ, ਨਾਮ ਦੇ ਜਹਾਜ਼ ਤੇ ਚੜ੍ਹ ਕੇ ਸੰਸਾਰ ਸਮੁੰਦਰ ਤੋਂ ਤਰ ਗਏ ਹਨ। ਪ੍ਰੇਮ ਭਗਤ ਤਿਨ ਪਾਈਆ, ਵਾਹਿਗੁਰੂ ਦੀ ਪ੍ਰੇਮ ਭਗਤੀ ਉਹਨਾਂ ਨੇ ਪ੍ਰਾਪਤ ਕੀਤੀ ਹੈ, ਜਾਂ ਪ੍ਰੇਮ ਭਗਤ ਜਿਨ੍ਹਾਂ ਨੇ ਪ੍ਰਾਪਤ ਕੀਤੀ ਹੈ। ਤਿੰਨ ਪਾਈਆ, ਉਹਨਾਂ ਨੇ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਹੈ। ਦੇਖਿਆ ਨਾਹੀਂ ਜਰੇ, ਉਹ ਵਿਸ਼ੇ ਵਿਕਾਰਾਂ ਦੀ ਅੱਗ ਵਿੱਚ ਸੜਦੇ ਨਹੀਂ ਹਨ। ਜਾਂ ਵਿਖਿਆ ਵਿਹੋ ਰੂਪੀ ਜੋ ਮਾਇਆ ਹੈ, ਮਾਇਆ ਦੇ ਕਈ ਰੂਪ ਹਨ, ਇਕੱਲਾ ਪੈਸਿਆਂ ਦਾ ਰੂਪ ਨਹੀਂ। ਵਿਕਾਰ, ਬਿਰਤੀ ਉੱਠਣੀ, ਲੜਾਈ ਝਗੜੇ, ਮੰਦਾ ਸੋਚਣਾ, ਖਾਣ ਪੀਣ ਦੇ ਚਸਕੇ, ਇਹ ਸਾਰੇ ਹੀ ਮਾਇਆ ਦੇ ਰੂਪ ਨੇ।
ਪਰ ਜਿਹੜੇ ਪਰਮੇਸ਼ਰ ਦੀ ਪ੍ਰੇਮਾ ਭਗਤੀ ਨੂੰ ਪ੍ਰਾਪਤ ਕਰ ਲੈਂਦੇ ਹਨ ਉਹ ਵਿਸ਼ੇ ਵਿਕਾਰ ਈਰਖਾ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜਦੇ ਨਹੀਂ, ਦੁਖੀ ਨਹੀਂ ਹੁੰਦੇ। ਕੂੜ ਗਏ ਦੁਬਦਾ ਨਸੀ, ਕੂੜ ਗਏ ਕਿਉਂਕਿ ਉਹਨਾਂ ਦੇ ਅੰਦਰੋਂ ਕੂੜੇ ਪਦਾਰਥਾਂ ਦਾ ਮੋਹ ਨਾਸ਼ ਹੋ ਗਿਆ, ਉਹਨਾਂ ਦੇ ਅੰਦਰੋਂ ਝੂਠ ਬੋਲਣਾ ਰਹਿ ਹੀ ਗਿਆ, ਝੂਠੇ ਪਦਾਰਥਾਂ ਦੀ ਖਾਸ਼ ਖਤਮ ਹੋ ਗਈ ਹੈ, ਝੂਠੇ ਕੰਮਾਂ ਵਾਲਾ ਉਹਨਾਂ ਦਾ ਖਿਆਲ ਮੁੱਕ ਗਿਆ ਹੈ। ਜਿਹੜੀ ਦੁਬਦਾ ਕਿਸੇ ਪਾਸੇ ਲੱਗਣ ਨਹੀਂ ਸੀ ਦਿੰਦੀ ਇਹ ਵੀ ਨਸੀ ਨਸ ਗਈ, ਨਾਸ ਹੋ ਗਈ ਹੈ। ਪੂਰਨ ਸੱਚ ਭਰੇ, ਪੂਰਨ ਸੱਚ ਭਰੇ, ਪੂਰਨ ਰੂਪ ਪਰਮੇਸ਼ਰ ਸੱਚੇ ਦਾ ਜੋ ਨਾਮ ਹੈ ਉਸ ਨਾਮ ਨੂੰ ਜਪ ਕੇ ਸ਼ੁਭ ਗੁਣਾਂ ਨਾਲ ਲਬਾਲਬ ਭਰ ਗਏ ਨੇ। ਪੂਰਨ ਭਰੇ ਤੋਂ ਭਾਵ ਇੱਥੇ ਹੈ ਵੀ ਜਿਵੇਂ ਕੋਈ ਬਰਤਨ ਕੰਢਿਆਂ ਤੀਕਰ ਭਰਿਆ ਹੋਵੇ ਜਿਹ 'ਚ ਹੋਰ ਕੋਈ ਚੀਜ਼ ਪੈ ਹੀ ਨਾ ਸਕੇ, ਐਵੇਂ ਉਹ ਅੰਦਰੋਂ ਸ਼ੁਭ ਗੁਣਾਂ ਨਾਲ ਤੇ ਪਰਮੇਸ਼ਰ ਦੇ ਨਾਮ ਨਾਲ ਹੀ ਇੰਨੇ ਭਰੇ ਨੇ ਵੀ ਕੋਈ ਔਗਣ ਆਦਿਕ ਵਿਸ਼ੇ ਵਿਕਾਰ ਉਹਨਾਂ ਦੇ ਅੰਦਰ ਠਹਿਰਦੇ ਹੀ ਨਹੀਂ ਹਨ, ਗੁਣ ਭਰਪੂਰ ਹੋ ਗਏ ਹਨ। ਪਾਰ ਬ੍ਰਹਮ ਪ੍ਰਭ ਸੇਵਦੇ, ਜੋ ਵੀ ਪਾਰ ਬ੍ਰਹਮ ਪਰਮੇਸ਼ਰ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਵਾਹਿਗੁਰੂ ਨੂੰ ਸੇਵਦੇ ਨੇ, ਸਿਮਰਦੇ ਹਨ। ਮਨ ਅੰਦਰ ਏਕ ਧਰੇ, ਮਨ ਦੇ ਵਿੱਚ ਉਹ ਸਦਾ ਹੀ ਇੱਕ ਪਰਮੇਸ਼ਰ ਨੂੰ ਧਾਰਨ ਕਰਕੇ ਵਸਾ ਕੇ ਰੱਖਦੇ ਨੇ। ਮਹਾਦਿਵਸ ਮੂਰਤ ਭਲੇ, ਤਾਂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਹੜੇ ਨਾਮ ਜਪਦੇ ਨੇ ਉਹ ਭਰਮ ਨਹੀਂ ਕਰਦੇ ਵੀ ਇਹ ਕੋਈ ਦਿਨ ਵਾਰ ਮਹੂਰਤੀ ਚੰਗਾ ਹੁੰਦਾ, ਉਹਨਾਂ ਵਾਸਤੇ ਮਾਹ 12 ਮਹੀਨੇ ਹੀ ਸਫਲੇ ਹਨ। ਮਾਹ ਦਿਵਸ ਉਹਨਾਂ ਲਈ ਸਾਰੇ ਦਿਨ, ਮਹੂਰਤ ਸਾਧ ਸੰਗਤ ਅੱਧੀ ਘੜੀ ਦੇ ਸਮੇਂ ਨੂੰ ਵੀ ਕਹਿ ਦਿੰਦੇ ਨੇ, ਮਹੂਰਤ 2 ਘੜੀਆਂ ਦੇ ਸਮੇਂ ਨੂੰ ਵੀ ਕਹਿੰਦੇ ਨੇ। ਮਹੂਰਤ ਤੋਂ ਭਾਵ ਮਹੂਰਤ ਜਿਵੇਂ ਕਹਿੰਦੇ ਵੀ ਸ਼ੁਭ ਮਹੂਰਤ ਕਢਾਇਆ ਹੈ, ਸਗਨ ਦਾ ਸਮਾਂ ਜਿਹਨੂੰ ਚੰਗਾ ਸਮਾਂ ਮੰਨਦੇ ਆ ਵੀ ਬੜਾ ਹੀ ਸੋਹਣਾ ਸਮਾਂ ਹੈ। ਮਹਾਰਾਜ ਕਹਿੰਦੇ 12 ਮਹੀਨੇ ਹਰ ਇੱਕ ਦਿਨ ਤੇ ਉਹਨਾਂ ਦੇ ਹੀ ਮੂਰਤ ਜਿਹੜੇ ਹਨ ਘੜੀਆਂ ਜਾਂ ਸਗਨ ਦੇ ਸਮੇਂ ਭਲੇ ਸਫਲੇ ਹਨ। ਜਿਸ ਕੋ ਨਦਰ ਕਰੇ, ਜਿਸ ਦੇ ਉੱਤੇ ਪਰਮੇਸ਼ਰ ਆਪਣੀ ਨਜ਼ਰੋ ਕਰਮ ਰਹਿਮਤ ਕਰਕੇ ਆਪਣਾ ਨਾਮ ਬਖਸ਼ ਦਿੰਦਾ ਹੈ। ਜਿਨ੍ਹਾਂ ਨੂੰ ਨਾਮ ਦੀ ਪ੍ਰਾਪਤੀ ਹੋ ਗਈ ਉਹਨਾਂ ਦੇ ਬੇ-10 ਮਾਹ ਰੁੱਤੀ ਥਿੱਤੀ ਵਾਰ ਭਲੇ, ਉਹਨਾਂ ਦੇ ਬੇ-10 12 ਮਹੀਨੇ, ਰੁੱਤੀ 6 ਰੁੱਤਾਂ, ਥਿੱਤੀ ਚਾਨਣੇ ਤੇ ਹਨੇਰੇ ਪੱਖ ਦੀਆਂ ਜਿਹੜੀਆਂ 15-15 ਥਿੱਤਾਂ, ਅਤੇ ਫਿਰ ਜਿੰਨੇ ਵੀ ਹਫ਼ਤੇ ਦੇ ਵਾਰ ਹਨ ਸੋਮ ਤੋਂ ਲੈ ਕੇ ਐਤ ਤੀਕਰ, ਗੱਲ ਕੀ ਵੀ ਹਰ ਘੜੀ ਹਰ ਪਲ ਉਹਨਾਂ ਦੇ ਭਲੇ ਨੇ, ਉਹਨਾਂ ਜੀਵਾਂ ਦੇ ਸਫਲੇ ਹਨ ਜਿਨ੍ਹਾਂ ਦੇ ਉੱਤੇ ਮਾਲਕ ਨੇ ਰਹਿਮਤ ਕਰ ਦਿੱਤੀ ਆਪਣਾ ਨਾਮ ਬਖਸ਼ ਕੇ। ਨਾਨਕ ਮੰਗੈ ਦਰਸਦਾਨ, 12ਵਾਂ ਬਾਣੀ ਜੋ ਲੜੀਵਾਰ ਰੂਪ ਦੇ ਵਿੱਚ ਚੇਤ ਮਹੀਨੇ ਤੋਂ ਆਰੰਭ ਹੋਈ ਸੀ, ਪੂਰੇ ਚੇਤ ਮਹੀਨੇ ਤੋਂ ਆਰੰਭ ਹੋਈ ਹੈ, 12ਵੇਂ ਮਹੀਨੇ ਦੇ ਵਿੱਚ ਸਾਲ ਪਿੱਛੋਂ ਇਹਦੀ ਸਮਾਪਤੀ ਹੋ ਰਹੀ ਹੈ। ਮਹੀਨਾਵਾਰ ਲੜੀਵਾਰ 12ਵਾਂ ਦੀ ਗੁਰਬਾਣੀ ਦੀ ਸਮਾਪਤੀ ਕਰਦੇ ਆ। ਸਤਿਗੁਰੂ ਸਾਹਿਬ ਜੀ ਕਹਿੰਦੇ ਨਾਨਕ ਮੰਗੈ ਦਰਸਦਾਨ, ਹੇ ਵਾਹਿਗੁਰੂ ਜੀਓ ਮੈਂ ਮੰਗਦਾ ਹਾਂ ਤੁਹਾਡੇ ਕੋ, ਕੀ ਮੰਗਦਾ? ਤੁਹਾਡੇ ਦਰਸ਼ਨਾਂ ਦਾ ਦਾਨ। ਆਪ ਕਿਰਪਾ ਕਰਕੇ ਸਾਨੂੰ ਆਪਣੇ ਦਰਸ਼ਨ ਬਖਸ਼ ਦਿਓ। ਕਿਰਪਾ ਕਰੋ ਹਰੇ, ਇਹ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਚੇਤਨ ਸਰੂਪ ਹਰੀ ਸਾਡੇ ਤੇ ਰਹਿਮਤ ਕਰੋ, ਸਾਡੇ ਤੇ ਕਿਰਪਾ, ਸਾਡੇ ਤੇ ਤਰਸ ਕਰੋ ਤੇ ਰਹਿਮਤ ਕਰਕੇ ਕਿਰਪਾ ਕਰਕੇ ਆਪਣੇ ਦਰਸ਼ਨ ਦਿਦਾਰੇ ਸਦਾ ਬਖਸ਼ੀ ਹੀ ਰੱਖੋ। ਜੇ ਹੁਣ ਹਰੀ ਸੱਜਣ ਜੀ ਪ੍ਰਗਟ ਹੋਏ ਹੋ ਤਾਂ ਸਦਾ ਹੀ ਸਾਡੇ ਅੰਦਰ ਪ੍ਰਗਟ ਹੋਏ ਰਹੋ। ਐਵੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ 12 ਮਾਹ ਦੀ ਬਾਣੀ 14 ਪੌੜੀਆਂ ਵਾਲੀ ਬਾਣੀ ਹੈ। ਇਹ ਪਹਿਲੀ ਪੌੜੀ ਮੰਗਲ ਰੂਪ ਦੇ ਵਿੱਚ ਸੀ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਉੱਥੋਂ ਵੀ ਮਹਾਰਾਜ ਸਾਹਿਬ ਨੇ ਮਿਲਣ ਦੀ ਗੱਲ ਆਰੰਭ ਕੀਤੀ ਤੇ 14ਵੀਂ ਦੀ ਸਮਾਪਤੀ ਵੀ ਇਦਾਂ ਹੀ ਕਰਦੇ ਨੇ ਵੀ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ। ਤੇ ਵਿਚਕਾਰਲੀਆਂ 12 ਪੌੜੀਆਂ 12 ਮਹੀਨਿਆਂ ਦਾ ਉਪਦੇਸ਼ ਹੈ। ਆਰੰਭ ਵਿੱਚ ਮੰਗਲ ਰੂਪ ਤੇ ਅਖੀਰ ਵਿੱਚ ਸਿਧਾਂਤ ਰੂਪ ਪੌੜੀ ਕਹਿ ਕੇ 14 ਪੌੜੀਆਂ ਵਾਲੀ 12ਵਾਂ ਬਾਣੀ ਸਤਿਗੁਰੂ ਅਰਜਨ ਦੇਵ ਮਹਾਰਾਜ ਸਮਾਪਤ ਕਰਦੇ ਨੇ। ਸਾਹਿਬਾਂ ਦੀ ਪਵਿੱਤਰ ਗੁਰਬਾਣੀ ਦੀ ਵਿਚਾਰ ਕਰਦੇ ਹਾਂ। ਅਨੇਕਾਂ ਹੀ ਹੋਈਆਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਸਤਿਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ
ਬਖਸ਼ਿੰਦਾ ਬਖਸ਼ਣਹਾਰ ਹੈ, ਬਖਸ਼ ਲੈਣਾ। ਸੋ ਗਰੀਬ ਨਿਵਾਸ ਸਾਹਿਬ ਜੀ ਕਿਰਪਾ ਕਰਨੇ ਪਵਿੱਤਰ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਕੇ ਸਾਡਾ ਮਨੁੱਖਾ ਜਨਮ ਰੂਪੀ ਫੱਗਣ ਦਾ ਮਹੀਨਾ ਵੀ ਸਫਲਾ ਹੋ ਜਾਵੇ। ਮਾਹ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ ਦਾਨ, ਕਿਰਪਾ ਕਰੋ ਹਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕ